ਤੁਹਾਡਾ ਸਵਾਗਤ ਹੈ। ਅੱਜ ਦਾ ਜੋ ਪ੍ਰੋਗਰਾਮ ਹੈ ਉਹ ਮੇਰੇ ਉਸ ਦੀ ਸੇਵਾ ਮੇਰੇ ਵੱਲੋਂ ਕੀਤੀ ਜਾ ਰਹੀ ਹੈ, ਕਿਉਂਕਿ ਅੱਜ ਮੇਰੇ ਬਰਥਡੇ ਹੈ। ਅਗਰ ਇੱਕ ਬੁੜਾ ਆਦਮੀ ਆਪਣੇ ਬਰਥਡੇ 'ਤੇ ਸਮਾਜ ਲਈ ਕੁਝ ਦੇ ਸਕਦਾ, ਮੇਰੀ ਪੂਰੇ ਸਮਾਜ ਨੂੰ ਇਹ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਦੇ ਬਰਥਡੇ 'ਤੇ ਜਾਂ ਆਪਣੇ ਬਰਥਡੇ 'ਤੇ ਇਹ ਇੱਕ ਬਹਾਨਾ ਹੁੰਦਾ ਤਾਂ ਕਿ ਸਮਾਜ ਦੀ ਕੋਈ ਸੇਵਾ ਹੋ ਸਕੇ। ਇਹ ਜੋ ਲੋਟਸ ਟੈਲੀਵਿਜ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਇਹ ਤੁਹਾਨੂੰ ਪਤਾ ਹੈ ਕਿ ਇਸ 'ਤੇ ਖਰਚਾ ਤਾਂ ਆਉਂਦਾ ਹੀ ਹੈ। ਅਗਰ ਅਸੀਂ ਕਿਸੇ ਇਹਨਾਂ ਤਰੀਕਿਆਂ ਦੇ ਨਾਲ ਇਸ ਨੂੰ ਸਪੋਰਟ ਕਰਦੇ ਰਹਾਂਗੇ ਤਾਂ ਅਸੀਂ ਤੁਹਾਡੇ ਨਾਲ ਸਾਡੀ ਮੁਲਾਕਾਤ ਹੁੰਦੀ ਰਹੇਗੀ। ਸੋ ਇਸ ਕਰਕੇ ਮੇਰੀ ਨਿਮਰਤਾ ਸਹਿਤ ਸਭ ਨੂੰ ਬੇਨਤੀ ਹੈ ਕਿ ਇਸ ਦੀ ਹਰ ਤਰੀਕੇ ਦੇ ਨਾਲ ਸਪੋਰਟ ਕੀਤੀ ਜਾਵੇ ਤਾਂ ਕਿ ਅਸੀਂ ਆਪ ਜੀ ਦੇ ਰੂਬਰੂ ਹੁੰਦੇ ਰਹੀਏ। ਵਿਦੇਸ਼ਾਂ ਵਿੱਚ ਬਹੁਜਨ ਸਮਾਜ ਦੀ ਸਮੱਸਿਆ ਇਹ ਹੈ ਕਿ ਉਹ ਕੁਝ ਵੀ ਨਿਰਣਾ ਲੈਣ ਤੋਂ ਪਹਿਲਾਂ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਹਨ। ਇਹ ਇੱਕ ਬਦਕਿਸਮਤੀ ਹੈ ਕਿ ਆਪਣੇ ਆਪ ਨੂੰ ਆਪਣੇ ਸਮਾਜ ਦੇ ਨੁਮਾਇੰਦੇ ਕਹਿਲਾਉਣ ਵਾਲੇ ਲੋਕ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇ ਕੇ ਕੋਈ ਰਸਤਾ ਚੁਣਨ ਲਈ ਪ੍ਰੇਰਦੇ ਹਨ, ਪਰ ਪੂਰਨ ਜਾਣਕਾਰੀ ਜਾਂ ਗਿਆਨ ਤੋਂ ਵਾਂਝੇ ਹੁੰਦੇ ਹਨ। ਇਸ ਲਈ ਉਹਨਾਂ ਦੇ ਨਿਰਣੇ ਜਾਂ ਸੁਝਾਅ ਦਾ ਗਲਤ ਹੋਣਾ ਸੁਭਾਵਿਕ ਹੈ। ਦਿਸ਼ਾ ਨਿਰਦੇਸ਼ ਦੇਣ ਤੋਂ ਪਹਿਲਾਂ ਇਤਿਹਾਸਿਕ ਸੱਚਾਈਆਂ, ਵਰਤਮਾਨ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਅਤੇ ਸਾਡੇ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਦੇ ਨਾਲ ਦੂਰ ਅੰਦੇਸ਼ੀ ਦੀ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਵਿਚਾਰ ਨੂੰ ਮੱਦੇਨਜ਼ਰ ਰੱਖਦਿਆਂ ਲੋਟਸ ਟੀਵੀ ਦੇ ਮਾਧਿਅਮ ਤੋਂ ਅਸੀਂ ਆਪਣੇ ਸਮਾਜ ਨੂੰ ਜਾਗਰੂਕ ਕਰਨ ਦੀ ਜਾਣਕਾਰੀ ਦਿੰਦੇ ਰਹਾਂਗੇ ਤਾਂ ਕਿ ਅੱਜ ਦੇਸ਼ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ ਤਿਆਰ ਹੋ ਚੁੱਕੀਆਂ ਹਨ ਜਿਸ ਦਾ ਸਿੱਧਾ ਅਸਰ ਸਾਡੇ ਸਮਾਜ ਦੀ ਬਣਤਰ 'ਤੇ ਆਪਣਾ ਪ੍ਰਭਾਵ ਛੱਡੇਗਾ, ਜਾਣੂ ਹੋ ਸਕੇ। ਅੱਜ ਕੱਲ੍ਹ ਸੋਸ਼ਲ ਮੀਡੀਆ ਸਮਾਜ ਵਿੱਚ ਇੱਕ ਅਹਿਮ ਰੋਲ ਅਦਾ ਕਰ ਰਿਹਾ ਹੈ। ਕੋਈ ਵੀ ਖਬਰ ਮਿੰਟਾਂ ਸਕਿੰਟਾਂ ਵਿੱਚ ਅੱਗ ਦੀ ਤਰ੍ਹਾਂ ਸਾਰੀ ਦੁਨੀਆ ਵਿੱਚ ਫੈਲ ਜਾਂਦੀ ਹੈ। ਉਹ ਖਬਰ ਗਲਤ ਵੀ ਹੋ ਸਕਦੀ ਹੈ, ਉਹ ਖਬਰ ਸਹੀ ਵੀ ਹੋ ਸਕਦੀ ਹੈ। ਇੱਕ ਨਾਮੀ ਟੈਲੀਵਿਜ਼ਨ ਭਾਰਤ ਵਿੱਚ ਇਸ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਖਬਰਾਂ ਦੀ ਇਨਵੈਸਟੀਗੇਸ਼ਨ ਕਰਕੇ ਸੱਚ ਜਾਂ ਝੂਠ ਦਾ ਨਿਰੀਖਣ ਕਰਦਾ ਹੈ। ਇਸੇ ਤਰ੍ਹਾਂ ਹੀ RSS ਜਾਣੀ ਰਾਸ਼ਟਰੀ ਸੇਵਕ ਸੰਘ ਦੀ ਤਾਕਤ ਦਾ ਸੱਚ ਸਾਹਮਣੇ ਆਇਆ ਹੈ, ਜਿਸ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਇਸ ਗੱਲ ਨੂੰ ਸਭ ਜਾਣਦੇ ਹਨ ਕਿ ਅੱਜ ਦੀ ਮੌਜੂਦਾ ਸਰਕਾਰ 'ਤੇ ਕਬਜ਼ਾ BJP ਜਾਣੀ ਭਾਰਤੀ ਜਨਤਾ ਪਾਰਟੀ ਦਾ ਹੈ ਅਤੇ ਇਸ ਦੀ ਚਾਬੀ RSS ਜਾਣੀ ਰਾਸ਼ਟਰੀ ਸੇਵਕ ਸੰਘ ਦੇ ਹੱਥ ਵਿੱਚ ਹੈ। ਸਰਕਾਰ ਦੇ ਵੱਡੇ ਤੋਂ ਵੱਡੇ ਮਿਨਿਸਟਰ ਨੂੰ RSS ਦੇ ਦਫ਼ਤਰ ਵਿੱਚ ਹਾਜ਼ਰੀ ਲਵਾਉਣੀ ਪੈਂਦੀ ਹੈ। ਆਪ ਜੀ ਨੂੰ ਪਤਾ ਹੋਵੇਗਾ ਕਿ ਸਰਕਾਰ ਦਾ 1 ਸਾਲ ਪੂਰਾ ਹੋਣ 'ਤੇ RSS ਦੇ ਪ੍ਰਧਾਨ ਮੋਹਨ ਭਾਗਵਤ ਜੀ ਨੇ ਪੂਰੀ ਸਰਕਾਰ ਦੀ ਕਲਾਸ ਲਗਾਈ ਸੀ ਅਤੇ ਸਰਕਾਰ ਦੇ ਕੰਮ ਕਾਜ ਦਾ ਬਿਊਰਾ ਮੰਗਿਆ ਸੀ। ਆਓ ਭਾਰਤ ਦੇ ਉਸ ਨਾਮੀ ਟੈਲੀਵਿਜ਼ਨ ਦੀ ਇਨਵੈਸਟੀਗੇਸ਼ਨ ਦੀ ਸੱਚਾਈ 'ਤੇ RSS ਦੀ ਤਾਕਤ ਆਪ ਜੀ ਨਾਲ ਸਾਂਝੀ ਕਰੀਏ। RSS ਦੇ ਵਿਦਿਆਰਥੀ ਸੰਘ ਦੀਆਂ 60,000 ਸ਼ਾਖਾਂ ਹਨ। RSS ਦੇ 60 ਲੱਖ ਸਵੈਮ ਸੇਵਕ ਹਨ। RSS ਦੇ 24,414 ਵਿਦਿਆ ਮੰਦਰ ਹਨ। RSS ਦੇ 1,46,643 ਆਚਾਰੀਆ ਹਨ। RSS ਦੇ ਅਦਾਰਿਆਂ ਵਿੱਚ ਪੜ੍ਹਦੇ 34,50,000 ਵਿਦਿਆਰਥੀ ਹਨ। RSS ਦੇ BMS ਭਾਰਤੀ ਮਜ਼ਦੂਰ ਸੰਘ ਦੇ 90 ਲੱਖ ਮੈਂਬਰ ਹਨ। RSS ਦੀ ABVP ਦੇ 27 ਲੱਖ ਮੈਂਬਰ ਹਨ। RSS ਦੀ ਕਿਸਾਨ ਸੰਘ ਦੇ 20 ਲੱਖ ਮੈਂਬਰ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ 7 ਲੱਖ ਮੈਂਬਰ ਹਨ। BJP ਦੇ 10 ਕਰੋੜ ਮੈਂਬਰ ਹਨ। 13 ਰਾਜਾਂ ਵਿੱਚ BJP ਦੀਆਂ ਸਰਕਾਰਾਂ ਹਨ। ਹੁਣ ਅਸਾਮ ਦੀ ਰਲਾ ਕੇ 14 ਬਣ ਗਈਆਂ ਹਨ। BJP ਦੇ 500 ਵਿਧਾਇਕ ਹਨ। BJP ਦੇ
328 MP ਅਤੇ 281 ਲੋਕ ਸਭਾ ਦੇ ਅਤੇ 47 ਰਾਜ ਸਭਾ ਦੇ ਮੈਂਬਰ ਹਨ। ਇਹ RSS ਦਾ ਚਿਹਰਾ ਮੋਹਰਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ RSS ਦੀ ਤਾਕਤ ਜਿਹੜੀ ਹੈ ਉਹ ਕੀ ਹੈ। ਇਹ ਦੇਖ ਕੇ ਜੋ ਸਾਡਾ ਸਮਾਜ ਹੈ ਉਸ ਨੂੰ ਚਿੰਤਤ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਬਣ ਜਾਂਦਾ ਹੈ, ਕਿਉਂਕਿ ਜੋ ਆਜ਼ਾਦੀ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਲੈ ਕੇ ਦਿੱਤੀ ਆ ਕਿ ਇਹਨਾਂ ਪਰਿਸਥਿਤੀਆਂ ਦੇ ਵਿੱਚ ਅਸੀਂ ਉਸ ਆਜ਼ਾਦੀ ਨੂੰ ਕਿਸ ਤਰ੍ਹਾਂ ਬਚਾ ਕੇ ਰੱਖ ਸਕਦੇ ਹਾਂ। ਔਰ ਅਗਰ ਅਸੀਂ ਇਕਜੁੱਟ ਨਾ ਹੋਏ, ਅਸੀਂ ਆਪਣੀਆਂ ਛੋਟੀਆਂ ਜਾਤੀਆਂ ਜਿਹੜੀਆਂ ਆ ਉਹਨਾਂ ਤੋਂ ਉੱਤੇ ਉੱਠ ਕੇ ਆਪਣੇ ਸਮਾਜ ਨੂੰ ਇਕੱਠਿਆਂ ਨਾ ਕੀਤਾ, ਜਿਸ ਤਰ੍ਹਾਂ ਕਿ ਮਾਨਵਰ ਕਾਂਸ਼ੀ ਰਾਮ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਸੀ ਕਿ 85% ਜੋ ਲੋਕ ਹੈ ਉਹ ਸਫਰ ਕਰ ਰਹੇ ਹਨ ਔਰ 15% ਜੋ ਲੋਕ ਹੈ ਉਹ ਰਾਜ ਕਰ ਰਹੇ ਹਨ। ਜੇਕਰ ਇੱਕ ਥੋੜ੍ਹੀ ਜਿਹੀ ਨਿਗਾਹ ਮਾਰੀ ਜਾਵੇ ਕਿ 1935 ਦੇ ਵਿੱਚ ਅੰਗਰੇਜ਼ਾਂ ਨੇ ਜੋ ਇੰਡੀਆ ਐਕਟ ਬਣਾਇਆ ਸੀ, ਉਸ ਦੇ ਆਧਾਰ ਨੂੰ ਅਗਰ ਜੇ ਦੇਖਿਆ ਜਾਵੇ ਤਾਂ ਉਸ ਸਮੇਂ 429 ਜਾਤੀਆਂ ਸਨ, ਲੇਕਿਨ ਅੱਜ ਤਕਰੀਬਨ 81 ਸਾਲਾਂ ਦੇ ਵਿੱਚ ਇਹ ਜਿਹੜੀਆਂ ਵੱਧ ਕੇ 6743 ਜਾਤਾਂ ਹੋ ਗਈਆਂ ਹਨ। ਜਾਣੀ ਕਿ ਘਟਣ ਦੀ ਬਜਾਏ ਇਹਨਾਂ ਦੀ ਗਿਣਤੀ ਕਿੰਨੀ ਵਧੀ ਹੈ। ਅਸੀਂ ਇਕੱਠੇ ਹੋਣ ਦੀ ਬਜਾਏ ਸਮਾਂ ਕਿ ਹੋਰ ਵੰਡ ਹੋਈ ਜਾ ਰਹੇ ਹਾਂ, ਹੋਰ ਛੋਟੀਆਂ ਜਾਤੀਆਂ ਵਿੱਚ ਵੰਡੇ ਜਾ ਰਹੇ ਹਾਂ। ਇਹੀ ਨਹੀਂ, ਹੁਣ ਹੋਰ 700-800 ਜਿਹੜੀ ਜਾਤੀ ਹੈ ਉਹ ਸੰਘਰਸ਼ ਕਰ ਰਹੀ ਹੈ ਕਿ ਸਾਨੂੰ ਵੀ ਰੈਕੋਗਨਾਈਜ਼ ਕੀਤਾ ਜਾਵੇ। ਇੱਥੋਂ ਇਸ ਚੀਜ਼ ਦਾ ਪਤਾ ਲੱਗਦਾ ਕਿ ਅਸੀਂ ਕਿੰਨੇ ਵੰਡੇ ਹੋਏ ਹਾਂ। ਅੱਜ ਦੀ ਇਸ ਚਰਚਾ ਦੇ ਵਿੱਚ ਹਿੱਸਾ ਲੈਣ ਲਈ ਮੇਰੇ ਨਾਲ ਦੋ ਗੈਸਟ ਹਨ। ਪਹਿਲੇ ਹਨ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਦੇ ਪ੍ਰਧਾਨ ਤਰਸੇਮ ਕੌਲ ਜੀ ਵਿੱਚ ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਚਲੀ ਸਾਹਿਬ, ਸਭ ਨੂੰ ਨਮੋ ਬੁੱਧਾ, ਜੈ ਭੀਮ। ਦੂਸਰੇ ਦੇਵਲਾਲ ਸੁਮਨ ਜੀ ਹਨ। ਸੁਮਨ ਸਾਹਿਬ, ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਥੈਂਕ ਯੂ ਚਲੀ ਸਾਹਿਬ। UK ਤੇ ਯੂਰਪ ਦੇ ਵਿੱਚ ਔਰ DM ਗਲੋਬਲ ਦੇ ਮਾਧਿਅਮ ਤੋਂ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੈਲੀਵਿਜ਼ਨ ਦੇਖ ਰਹੇ ਦਰਸ਼ਕਾਂ ਦਾ ਲੋਟਸ TV ਤੇ ਉਹਨਾਂ ਦਾ ਸਵਾਗਤ ਹੈ। ਔਰ ਸਭ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਸੁਮਨ ਸਾਹਿਬ, ਤੁਹਾਡੇ ਕੋਲੋਂ ਮੈਂ ਇਹ ਗੱਲ ਪੁੱਛਦਾ ਹਾਂ ਕਿ ਬਾਹਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ RSS ਦੀ ਜੋ ਤਾਕਤ ਹੈ ਉਹ ਕਿਤਨੀ ਤਾਕਤ ਹੈ, ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਹਨ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਤੁਸੀਂ ਇੰਨੀ ਤਾਕਤ ਦੇਖ ਕੇ ਡਰ ਨਹੀਂ ਲੱਗਦਾ? ਚਲੀ ਸਾਹਿਬ, ਤੁਹਾਡਾ ਸਵਾਲ ਜਿਹੜਾ ਬੜਾ ਵਧੀਆ ਸਵਾਲ ਪੁੱਛਿਆ। ਤੇ ਦੇਖੋ ਚਲੀ ਸਾਹਿਬ, ਇੱਕ ਗੱਲ ਆ ਕਿ ਇਹ ਜਿਹੜਾ ਤੁਸੀਂ ਬਿਆਨ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਇਹ ਜਿੱਦਾਂ ਬਾਬਾ ਸਾਹਿਬ ਦੇ ਸਮੇਂ 'ਤੇ ਵੀ ਸੀ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਰੈਵੋਲੂਸ਼ਨ ਔਰ ਕਾਊਂਟਰ ਰੈਵੋਲੂਸ਼ਨ, ਜੀ ਇੱਕ ਵਰਗ ਜਿਹੜਾ ਆ ਉਹ ਆਜ਼ਾਦ ਹੋਣਾ ਚਾਹੁੰਦਾ ਆ ਜੀ, ਦੂਸਰਾ ਵਰਗ ਜਿਹੜਾ ਆ ਉਹਨੂੰ ਗੁਲਾਮ ਰੱਖਣਾ ਚਾਹੁੰਦਾ ਹੈ ਜੀ। ਤੇ ਲੇਕਿਨ ਹੁਣ ਬਾਬਾ ਸਾਹਿਬ ਦੇ ਜਿਹੜੇ ਪੈਰੋਕਾਰ ਆ ਜੀ ਉਹਨਾਂ 'ਤੇ ਹੁਣ ਨਿਰਭਰ ਕਰਦਾ ਜੀ ਕਿ ਅਸੀਂ ਕਿਸ ਤਰ੍ਹਾਂ ਇਕਜੁੱਟ ਹੋ ਸਕਦੇ ਹਾਂ ਜੀ। ਤੇ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਇਕੱਲਿਆਂ ਨੇ ਇੰਨਾ ਕੁਛ ਕੀਤਾ, ਜੀ ਉਦੋਂ ਮਤਲਬ ਸਾਡਾ ਸਮਾਜ ਵਿਖਰਿਆ ਹੋਇਆ ਸਮਾਜ ਸੀ ਜੀ। ਤੇ ਉਹਨਾਂ ਨੇ ਇੱਕ ਸਾਡੇ ਨੂੰ ਮਤਲਬ ਜੋ ਸਾਡੇ ਕੋਲ ਇਹ ਜੋ ਸਾਨੂੰ ਅਧਿਕਾਰ ਲੈ ਕੇ ਦਿੱਤੇ ਆ ਜੀ, ਜਿਹੜੇ ਕਿ ਉਹਦੇ ਤੋਂ ਆ ਜਾਂਦਾ ਐਜੂਕੇਸ਼ਨ, ਜੀ ਫਿਰ ਰਿਲੀਜੀਅਸ, ਜੀ ਸੋਸ਼ਲ, ਜੀ, ਮਤਲਬ ਫੰਡਾਮੈਂਟਲ ਜਿਹੜੇ ਰਾਈਟ ਸਾਨੂੰ ਦਿੱਤੇ ਆ। ਹੁਣ ਸਾਡਾ ਫਰਜ਼ ਬਣਦਾ ਕਿ ਜਿਹੜਾ ਸਾਨੂੰ ਉਹਨਾਂ ਨੇ ਨਾਰਾ, ਜਿਹੜਾ ਉਹਨਾਂ ਨੇ ਸਲੋਗਨ ਦਿੱਤਾ ਜੀ, ਐਜੂਕੇਟ ਜੀ ਤੇ ਐਜੀਟੇਟ, ਆਰਗੇਨਾਈਜ਼। ਜੀ ਹੁਣ ਸਾਨੂੰ ਇਹ ਜਿਹੜਾ ਸਲੋਗਨ ਹੈ ਬਾਬਾ ਸਾਹਿਬ ਦਾ, ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਜੀ, ਤੇ ਸਾਨੂੰ ਆਪਣੇ ਇਕਜੁੱਟ ਹੋਣ ਦੀ ਜ਼ਰੂਰਤ ਹੈ ਜੀ। ਅੱਜ ਇਹ ਜਿਹੜੀ ਤਾਕਤ ਆ, ਅੱਜ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਜਿਹੜਾ ਅੰਬੇਡਕਰ ਸਮਾਜ ਆ ਉਹ ਇਕੱਠਾ ਹੋ ਰਿਹਾ ਹੈ। ਜੀ, ਉਹਨਾਂ ਨੂੰ ਅਵੇਅਰਨੈਸ ਆ ਚੁੱਕੀ ਹੈ। ਜੀ, ਆ ਜੋ ਆਪਾਂ ਲੋਟਸ TV ਵੀ ਚੱਲ ਰਿਹਾ, ਇਹ ਵੀ ਇਸ ਕਰਕੇ ਆਪਾਂ ਕਰ ਰਹੇ ਹਾਂ ਕਿ ਆਪਣੇ ਸਮਾਜ ਨੂੰ ਅਵੇਅਰ ਕਰਾਉਣਾ ਕਿ ਤੁਹਾਡੇ ਨੂੰ ਗੁਲਾਮ ਬਣਾਉਣ ਦੀਆਂ ਤਿਆਰੀਆਂ ਫੇਰ ਦੁਬਾਰਾ ਸ਼ੁਰੂ ਹੋ ਰਹੀਆਂ ਜੀ। ਤੇ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਜੀ, ਤੇ ਸਿਰਫ ਬਾਬਾ ਸਾਹਿਬ ਦਾ ਜੋ
ਮੈਸੇਜ ਆ, ਜੀ। ਉਹਦੇ ਉਹਨਾਂ ਦੇ ਵਿਚਾਰ ਆ, ਉਹਨਾਂ ਨੂੰ ਵਿਚਾਰਾਂ ਨੂੰ ਪੜ੍ਹ ਕੇ ਉਹਨਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ ਜੀ। ਜਦੋਂ ਅਸੀਂ ਉਹਨਾਂ 'ਤੇ ਅਮਲ ਕਰਾਂਗੇ ਤੇ ਹੌਲੀ ਹੌਲੀ ਅਸੀਂ ਸਾਡਾ ਸਮਾਜ ਜਿਹੜਾ ਬਹੁਜਨ ਸਮਾਜ ਆ, ਇੱਕ 15% ਉਹ 85%, ਜਿਸ ਤਰ੍ਹਾਂ ਜਾਤਾਂ ਦੀ ਤੁਸੀਂ ਗੱਲ ਕੀਤੀ ਹੈ ਜੀ। ਹੁਣ ਇਹ ਜਾਤਾਂ ਅਸੀਂ ਸਾਨੂੰ ਮਤਲਬ ਵੱਖਰੇ ਵੱਖਰੇ ਹੋਣ ਦੀ ਬਜਾਏ ਸਾਨੂੰ ਇੱਕ ਮੁੱਠ ਹੋਣ ਦੀ ਜ਼ਰੂਰਤ ਹੈ ਜੀ। ਤੇ ਇਹਦੇ ਵਿੱਚ ਜਦੋਂ ਤੁਸੀਂ ਇੱਕ ਮੁੱਠ ਹੋ ਜਾਵਾਂਗੇ ਤਾਂ ਮੇਰੇ ਖਿਆਲ ਬੇਸ਼ੱਕ ਇਦੋਂ ਵੀ ਵੱਡੀ ਤਾਕਤ ਵੀ ਆ ਜਾਵੇ, ਉਹਨੂੰ ਉਹ ਸਾਡੇ ਸਾਹਮਣੇ ਖਲੋ ਨਹੀਂ ਸਕੂਗੀ। ਸਿਰਫ ਤੇ ਸਿਰਫ ਬਾਬਾ ਸਾਹਿਬ ਦਾ ਸਲੋਗਨ ਜੋ ਹੈ ਐਜੂਕੇਟ, ਐਜੀਟੇਟ, ਆਰਗੇਨਾਈਜ਼। ਜੀ। ਗੱਲ ਝੱਲੀ ਸਾਹਿਬ ਚੱਲਦੀ ਹੈ ਕਿ ਬਾਕੀ ਐਜੂਕੇਟ ਵੀ ਆਪਾਂ ਹੋ ਗਏ ਆ ਜੀ। ਐਜੀਟੇਸ਼ਨ ਜਿਹੜੀ ਆ ਉਹ ਕਰ ਰਹੇ ਆ, ਲੇਕਿਨ ਸੰਗਠਿਤ ਤਰੀਕੇ ਦੇ ਨਾਲ ਨਹੀਂ ਹੋ ਰਹੀ। ਜੀ। ਇੱਥੇ ਸਾਨੂੰ ਬੜੇ ਖਿਆਲ ਦੇ ਨਾਲ ਸਾਡੇ ਸਮਾਜ ਨੂੰ, ਸਾਡੇ ਜਿੰਨੇ ਬੁੱਧੀਜੀਵੀ ਸਾਡੇ ਭੈਣ ਭਰਾ ਨੇ ਜਿਹੜੇ ਬਹੁਜਨ ਸਮਾਜ ਦੇ, ਉਹਨਾਂ ਨੂੰ ਇੱਥੇ ਬੜੇ ਸੋਚ ਤੇ ਵਿਚਾਰ ਦੇ ਨਾਲ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਿਉਂਕਿ ਉਹਨਾਂ ਨੇ ਉਹ ਤੋੜਨ ਦੀ ਕੋਸ਼ਿਸ਼ ਕਰ ਰਹੇ ਆ, ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ। ਜਿੱਦਣ ਅਸੀਂ ਜੁੜ ਜਾਵਾਂਗੇ ਤਾਂ ਉਦੋਂ ਮਤਲਬ ਇਹ ਜੋ ਪਾਵਰਾਂ ਸਾਡੇ ਸਾਹਮਣੇ ਕੁਛ ਵੀ ਨਹੀਂ ਰਹਿਣਗੀਆਂ। ਜੇ ਸਾਡੇ ਸਮਾਜ ਨੂੰ ਇਹ ਜੋੜਨ ਦੀ ਜ਼ਰੂਰਤ ਹੈ, ਜੁੜ ਕੇ ਤੇ ਜੋ ਸੰਘਰਸ਼ ਹੈ ਬਾਬਾ ਸਾਹਿਬ ਨੇ ਉਹਨੂੰ ਚਾਲੂ ਰੱਖਣ ਦੀ ਜ਼ਰੂਰਤ ਹੈ, ਤੇ ਬਾਬਾ ਸਾਹਿਬ ਦਾ ਜੋ ਸੁਪਨੇ ਆ ਉਹ ਪੂਰੇ ਜ਼ਰੂਰ ਹੋ ਸਕਣਗੇ। ਥੈਂਕ ਯੂ। ਤੁਹਾਡੇ ਵੱਲ ਮੈਂ ਮੁੜ ਕੇ ਆਉਣਾ, ਕਿਉਂਕਿ ਅਸੀਂ ਹਰ ਮਹੀਨੇ ਜਿਹੜੀਆਂ ਸਾਡੇ ਸਮਾਜ ਦੇ ਨਾਲ ਸੰਬੰਧਿਤ ਇੰਪੋਰਟੈਂਟ ਡੇਟਾ ਹਨ, ਅਸੀਂ ਉਹ ਹਮੇਸ਼ਾ ਆਪਣੇ ਦਰਸ਼ਕਾਂ ਨੂੰ ਦੱਸਦੇ ਹੁੰਦੇ ਹਾਂ। ਕੌਲ ਸਾਹਿਬ, ਤੁਹਾਡੀ ਇਹ ਪਿਛਲੇ ਮਹੀਨੇ ਦੀ ਡਿਊਟੀ, ਕਿਉਂਕਿ ਤੁਸੀਂ ਐਬਸੈਂਟ ਰਹੇ ਆ, ਸ਼੍ਰੀਮਤੀ ਰੇਖਾ ਪੌਲ ਜੀ ਨੂੰ ਨਿਭਾਉਣੀ ਪਈ ਸੀ। ਅੱਜ ਫਿਰ ਮੈਂ ਇਹ ਡਿਊਟੀ ਤੁਹਾਡੀ ਵਾਪਸ ਤੁਹਾਨੂੰ ਦਿੰਦਾ ਕਿ ਇਸ ਮਹੀਨੇ ਦੀਆਂ ਸਾਡੇ ਮਿਸ਼ਨ ਨਾਲ ਸੰਬੰਧਿਤ ਜਿਹੜੀਆਂ ਖਾਸ ਤਰੀਕਾਂ ਹਨ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋਗੇ। ਥੈਂਕ ਯੂ ਝੱਲੀ ਸਾਹਿਬ। ਝੱਲੀ ਸਾਹਿਬ, ਪਹਿਲਾਂ ਤਾਂ ਮੈਂ ਮਾफ़ੀ ਚਾਹੁੰਦਾ ਜੋ ਪਿਛਲੇ ਮਹੀਨੇ ਮੇਰੇ ਤੋਂ ਮਿਸ ਹੋ ਗਿਆ। ਮੈਂ ਹੁਣ ਪ੍ਰੋਮਿਸ ਕਰਦਾ ਮਹੀਨੇ ਮੈਂ ਜ਼ਰੂਰ ਮਹੀਨੇ 'ਚ ਇੱਕ ਵਾਰੀ ਜ਼ਰੂਰ ਆ ਕੇ ਆਪਣੀਆਂ ਡੇਟਾਂ ਜ਼ਰੂਰ ਦੱਸਿਆ ਕਰੂੰਗਾ, ਕਿਉਂਕਿ ਝੱਲੀ ਸਾਹਿਬ ਇਹ ਬਹੁਤ ਜ਼ਰੂਰੀ ਆ। ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਸ ਸਮਾਜ ਇਤਿਹਾਸ ਨੂੰ ਨਹੀਂ ਜਾਣਦਾ, ਜੀ, ਇਤਿਹਾਸ ਨੂੰ ਨਹੀਂ ਪੜ੍ਹਦਾ, ਉਹ ਸਮਾਜ, ਉਹ ਲੋਕ ਉਹ ਇਤਿਹਾਸ ਲਿਖ ਨਹੀਂ ਸਕਦੇ, ਉਹ ਇਤਿਹਾਸ ਰਚ ਨਹੀਂ ਸਕਦੇ। तो इस करके अपन इतिहास ਦੀਆਂ ਗੱਲਾਂ ਜ਼ਰੂਰ ਦੱਸਣਾ ਚਾਹੀਦਾ ਤਾਂ ਕਿ ਸਹੀ ਤਸਵੀਰ ਜੋ ਹੈ ਬਾਬਾ ਸਾਹਿਬ ਦੇ ਮਿਸ਼ਨ ਦੀ ਲੋਕਾਂ ਤੱਕ ਪਹੁੰਚ ਸਕੇ। ਤੋਂ ਪਹਿਲਾਂ ਮੈਂ ਤੁਹਾਨੂੰ ਜੋ ਬਾਬਾ ਸਾਹਿਬ ਦੇ ਜੀਵਨ ਸੰਬੰਧੀ ਜੂਨ ਦੇ ਮਹੀਨੇ ਵਿੱਚ ਡੇਟਾ ਹਨ ਉਹਨਾਂ ਨਾਲ ਮੈਂ ਕੁਝ ਦੱਸਣ ਦੀ ਕੋਸ਼ਿਸ਼ ਕਰਾਂਗਾ। ਪਹਿਲਾਂ ਤਾਂ 1913 ਦੇ ਵਿੱਚ ਜਦੋਂ ਬਾਬਾ ਸਾਹਿਬ ਉਹਨਾਂ ਨੂੰ ਮਹਾਰਾਜਾ ਬੜੌਦਾ ਨੇ ਉਹਨਾਂ ਨੂੰ ਹੈਲਪ ਦਿੱਤੀ ਹੈ ਕਿ ਤੁਸੀਂ ਬਾਹਰ ਜਾ ਕੇ ਆਪਣੀ ਪੜ੍ਹਾਈ ਕਰ ਸਕਦੇ ਆ, ਉਹ ਜੋ ਐਗਰੀਮੈਂਟ ਹੋਇਆ ਸੀ ਵੀ 10 ਸਾਲਾਂ ਦਾ ਤੇ ਸਾਨੂੰ ਮੁੜ ਕੇ ਆ ਕੇ ਸਰਵਿਸ ਕਰਨੀ ਆ, ਉਹ ਵੀ ਜੂਨ ਦੇ ਮਹੀਨੇ ਹੋਇਆ ਸੀ ਜੀ। ਇਸੇ ਤਰ੍ਹਾਂ 1915 ਨੂੰ ਜੋ ਬਾਬਾ ਸਾਹਿਬ ਨੇ ਆਪਣੇ ਸਟੱਡੀ ਦੇ ਦੌਰਾਨ ਜਿਹੜੇ ਪ੍ਰਾਚੀਨ ਭਾਰਤੀ ਵਪਾਰ ਉੱਤੇ ਜੋ ਕਿਤਾਬ ਲਿਖੀ ਸੀ, ਥੀਸਿਸ ਲਿਖਿਆ ਸੀ, ਉਹ ਵੀ ਜੂਨ ਦੇ ਮਹੀਨੇ ਵਿੱਚ ਹੀ ਲਿਖਿਆ ਸੀਗਾ। ਅੱਛਾ। ਸੋ ਇਸੇ ਤਰ੍ਹਾਂ ਬਾਬਾ ਸਾਹਿਬ ਹੁਣੀ ਜੋ 1928 ਦੇ ਵਿੱਚ ਆਪਣੇ ਲਾਅ ਕਾਲਜ ਬੰਬਈ ਵਿੱਚ ਬਾਬਾ ਸਾਹਿਬ ਨੇ ਪ੍ਰੋਫੈਸਰ ਦੀ ਡਿਗਰੀ ਲਈ ਔਰ ਉੱਥੇ ਹੀ ਉਹ ਪ੍ਰੋਫੈਸਰ ਤੋਂ ਬਾਅਦ ਪ੍ਰਿੰਸੀਪਲ ਦੀ ਵੀ ਉਹਨਾਂ ਨੇ ਡਿਗਰੀ ਉਹਨਾਂ ਨੇ ਜੌਬ ਕੀਤੀ ਸੀ। ਸੋ ਇਹ ਵੀ ਜੂਨ ਦੇ ਮਹੀਨੇ ਹੋਏ ਸੀ। ਇੱਕ ਹੋਰ ਬਹੁਤ ਵੱਡੀ ਜੂਨ ਦੇ ਮਹੀਨੇ ਗੱਲ ਹੋਈ ਸੀ 1923 ਦੇ ਵਿੱਚ ਜੀ। ਹੁਣ ਬਾਬਾ ਸਾਹਿਬ ਹੁਣੀ ਕਿਉਂਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਨੌਕਰੀ ਕੀਤੀ ਸੀ ਆ ਕੇ ਉਹਨਾਂ ਨੂੰ ਕੀ ਹੋਇਆ ਬੜੌਦਾ ਦੇ ਵਿੱਚ, ਹਾਂਜੀ, ਤਾਂ ਬਾਬਾ ਸਾਹਿਬ ਉਹਨਾਂ ਕੋਲ ਕੋਈ ਵੀ ਰੁਜ਼ਗਾਰ ਲਈ ਕੋਈ ਨਹੀਂ ਸੀ, ਲੇਕਿਨ ਉਹਨੇ ਬਰੈਸਟਰੀ ਸ਼ੁਰੂ ਕੀਤੀ ਜੀ, ਉਹ ਵੀ ਜੂਨ ਦੇ ਮਹੀਨੇ 1923 ਨੂੰ ਕੀਤੀ। ਔਰ ਜੋ ਗੌਨ ਪਾ ਕੇ ਉਦੋਂ ਕੋਰਟ 'ਚ ਜਾਇਆ ਕਰਦੇ ਸਨ, ਉਹ ਗੌਨ ਅੱਜ ਵੋਲਹੈਂਪਟਨ ਵਿੱਚ ਮਿਊਜ਼ੀਅਮ ਬੁੱਧ ਵਿਹਾਰ ਵਿੱਚ ਜੀ। ਸੋ ਇਹ ਦੋ ਚਾਰ ਕੁਛ ਦੇ ਨਾਲ ਹੀ ਜੋ 1916 ਨੂੰ ਜੂਨ 1916 ਨੂੰ ਜਦੋਂ ਕੋਲੰਬੀਆ ਯੂਨੀਵਰਸਿਟੀ ਵਿੱਚ ਉਹਨਾਂ ਨੇ ਆਪਣੀ ਸਟੱਡੀ ਪੂਰੀ ਕਰ ਲਈ, ਫਿਰ ਉਹਨਾਂ ਨੇ ਆਪਣੇ ਸੋਚਿਆ ਕਿ ਇੰਨੀ ਕਾਫੀ ਨਹੀਂ, ਮੈਂ ਹੋਰ ਇਸ ਤੋਂ ਅੱਗੇ ਵਧਣਾ। ਉਹ ਇੰਗਲੈਂਡ ਆਏ, ਉਹ ਵੀ ਜੂਨ ਦੇ ਮਹੀਨੇ ਆਏ। ਜੂਨ ਦੇ ਮਹੀਨੇ ਆ ਕੇ ਉਹਨਾਂ ਗ੍ਰੇਜ਼ ਇਨ ਦੇ ਵਿੱਚ ਆਪਾਂ ਨੂੰ ਆਪਣੇ ਆਪ ਨੂੰ ਇਹ ਉਹੀ ਆ ਗੱਲ ਕਿ ਜੋ ਲਾਸਟ ਵੀਕ ਸਾਡੇ ਗੈਸਟ ਆਏ ਸਨ ਇੰਡੀਆ ਤੋਂ, ਛਤਰਪਾਲ ਸਿੰਘ ਜੀ,
ਉਹ ਉਸੇ ਫੰਕਸ਼ਨ ਨੂੰ ਅਟੈਂਡ ਅਟੈਂਡ ਕਰਨ ਕਰਨ ਲਈ ਆਏ ਹੋਏ ਆ। ਲੰਡਨ ਸਕੂਲ ਆਫ ਲੰਡਨ ਸਕੂਲ ਗ੍ਰੇਜ਼ਨ ਦੇ ਨਾਲ ਲੰਡਨ ਸਕੂਲ ਆਫ ਇਕਨੋਮਿਕਸ, ਉੱਥੇ ਵੀ ਉਹਨਾਂ ਨੇ ਜੁਆਇਨ ਕਰਨ ਲਈ ਆਪਣੇ ਅਰਜ਼ੀ ਦਿੱਤੀ ਸੀ। ਇਹ ਉਸ ਜੂਨ ਦਾ ਮਹੀਨਾ ਸੀਗਾ ਸਾਡੇ ਲਈ, ਉਹ ਸੈਂਟੈਂਨੀ ਮਨਾ ਰਹੇ ਆ। ਤੋ ਆਪਣੇ ਸਿੰਘ ਜੀ ਜੋ ਆਏ ਸੀ ਉਹ ਉਸੇ ਫੰਕਸ਼ਨ ਲਈ ਆਏ ਹਨ। ਔਰ ਮੇਰਾ ਖਿਆਲ ਆ ਉਹ ਕਿ 16 ਤਰੀਕ ਨੂੰ ਉਹ ਫੰਕਸ਼ਨ ਹੋ ਰਿਹਾ ਹੈਗਾ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ। ਤੋ ਸਾਥੀਆਂ ਜਿਹਨਾਂ ਕੋਲ ਟਾਈਮ ਹੈ ਉੱਥੇ ਪਹੁੰਚਣਾ ਵੀ ਚਾਹੀਦਾ, ਤੋ ਬਹੁਤ ਅੱਛੀ ਗੱਲ ਹੈ। ਤੋ ਇਸੇ ਤਰ੍ਹਾਂ ਬਾਬਾ ਸਾਹਿਬ ਨੇ ਜੂਨ ਦੇ ਮਹੀਨੇ 1928 ਨੂੰ ਜੋ ਸਟੂਡੈਂਟ ਹੈ ਉਹਨਾਂ ਲਈ, ਕਿਉਂਕਿ ਬਾਬਾ ਸਾਹਿਬ ਹਮੇਸ਼ਾ ਪੜ੍ਹਾਈ ਦੇ ਉੱਤੇ ਜ਼ੋਰ ਦਿੰਦੇ, ਐਜੂਕੇਸ਼ਨ ਉੱਤੇ ਜ਼ੋਰ ਦਿੰਦੇ ਸੀ, ਅਤੇ ਉਹਨਾਂ ਨੇ ਹੋਸਟਲ ਵੀ ਖੋਲ੍ਹੇ। ਔਰ ਇੱਕ ਗੱਲ ਹੋਰ ਵੀ ਉਹਨਾਂ ਨੇ ਕੀਤੀ 1900 ਜੂਨ ਦੇ ਮਹੀਨੇ, ਕਿ ਜਿਸ ਤਰ੍ਹਾਂ ਆਪਾਂ ਮੀਡੀਆ ਲਈ ਸਮਤਾ ਪੇਪਰ, ਸਮਤਾ ਪੇਪਰ ਜੋ ਮੰਥਲੀ, ਉਹ ਵੀ ਉਹਨਾਂ ਨੇ ਸ਼ੁਰੂ ਕੀਤਾ ਸੀ। ਜਿਸ ਤਰ੍ਹਾਂ ਤੁਸੀਂ ਆਪਾਂ ਲੋਟਸ ਸ਼ੁਰੂ ਕੀਤਾ ਮੀਡੀਆ, ਇਸ ਤਰ੍ਹਾਂ ਉਹਨਾਂ ਨੇ ਮੀਡੀਆ ਲਈ ਸਮਤਾ ਪੇਪਰ ਵੀ ਸ਼ੁਰੂ, 4 ਪੇਪਰ ਸ਼ੁਰੂ ਕੀਤੇ ਸੀ ਨਾ ਉਹਨਾਂ ਨੇ। ਜੋ ਸਮਤਾ ਪੇਪਰ ਕੱਢਿਆ ਉਹ ਵੀ ਜੂਨ ਦੇ ਮਹੀਨੇ ਸ਼ੁਰੂ ਕੀਤਾ ਸੀ। ਤੋ ਗੌਰਮੈਂਟ ਤੋਂ ਇਸੇ ਤਰ੍ਹਾਂ 1950 ਦੇ ਵਿੱਚ ਬਾਬਾ ਸਾਹਿਬ ਨੇ ਮਿਲਿੰਦ ਕਾਲਜ ਜੋ ਹੈ ਉਹ ਔਰੰਗਾਬਾਦ ਦੇ ਵਿੱਚ ਉਹਨੂੰ ਸ਼ੁਰੂਆਤ ਕੀਤੀ। ਅਤੇ ਇਸੇ ਤਰ੍ਹਾਂ ਬਾਬਾ ਸਾਹਿਬ ਨੇ 1956 ਦੇ ਵਿੱਚ ਜੂਨ ਦੇ ਮਹੀਨੇ ਸਿਧਾਰਥ ਕਾਲਜ ਜੋ ਬੰਬਈ ਹੈ ਉਹਨੂੰ ਵੀ ਸਥਾਪਨਾ ਕੀਤੀ ਹੈਗੀ ਆ। ਇਹ ਕੁਛ ਬਾਬਾ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਸਾਡੀਆਂ ਡੇਟਾ ਸੀ। ਇਸ ਤੋਂ ਇਲਾਵਾ ਛਤਰਪਤੀ ਮਹਾਰਾਜ ਸ਼ਾਹੂ ਮਹਾਰਾਜ ਜੀ ਦਾ ਜਨਮ ਦਿਨ ਵੀ ਜੂਨ ਦੇ ਮਹੀਨੇ 21 ਤਰੀਕ ਨੂੰ ਆ ਰਿਹਾ ਹੈ। ਤੋ 25 ਜੂਨ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ VP ਸਿੰਘ ਜੋ ਆਪਣੇ ਕੋਲ ਆਏ ਸੀ, ਉਹਨਾਂ ਦਾ ਵੀ ਜਨਮ ਦਿਨ ਹੈ, ਉਹ ਵੀ ਜੂਨ ਦੇ ਮਹੀਨੇ ਹੈ। ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਇਹ ਜਦੋਂ ਇਹਨਾਂ ਦੀ ਸਰਕਾਰ ਬਣੀ ਹੈ ਉਦੋਂ ਸੈਂਟਰਨੀ ਜੇਲ੍ਹ ਸੀ, ਤਾਂ ਬਾਬਾ ਸਾਹਿਬ ਨੂੰ 1991 ਦੇ ਵਿੱਚ ਇਹਨਾਂ ਨੇ ਹੀ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ। ਅੱਜ ਤਾਂ ਉਹ ਵਿਸ਼ਵ ਰਤਨ ਬਣ ਗਏ ਹਨ, ਪਰ ਇਹਨਾਂ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ। ਇਸ ਤੋਂ ਪਹਿਲਾਂ ਸਰਕਾਰਾਂ ਜੋ ਆਈਆਂ ਉਹਨਾਂ ਨੇ ਬਾਬਾ ਸਾਹਿਬ ਨੂੰ ਪਛਾਣਿਆ ਹੀ ਨਹੀਂ ਸੀ। ਤੋ 1995 ਦੇ ਵਿੱਚ ਜੂਨ ਦੇ ਮਹੀਨੇ 3 ਤਰੀਕ ਨੂੰ ਭੈਣ ਮਾਇਆਵਤੀ ਜੀ ਜੋ ਕਿ ਆਪ ਇੱਕ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ, ਅੰਦੋਲਨ ਨੂੰ ਅੱਗੇ ਲੈ ਕੇ, ਪੋਲੀਟੀਕਲ ਅੰਦੋਲਨ ਨੂੰ ਅੱਗੇ ਲੈ ਕੇ ਉਹ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਬਣੇ ਸੀ, ਉਹ ਵੀ ਜੂਨ ਦੇ ਮਹੀਨੇ ਬਣੇ। ਤੋ ਇਸੇ ਤਰ੍ਹਾਂ ਇੱਕ UN ਵਿੱਚ ਜੋ ਚਾਈਲਡ ਦਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ, ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ, ਉਹ ਵੀ ਜੂਨ ਦੇ ਮਹੀਨੇ ਆਉਂਦਾ ਹੈ। ਤੋ ਜੂਨ ਦੇ ਮਹੀਨੇ ਹੀ ਭਗਵੰਤ ਆਨੰਦ ਕੌਸ਼ਲਿਆਨ ਜੀ ਦਾ ਪਰਿਨਿਰਵਾਣ ਹੋ ਗਿਆ ਸੀ, ਜੋ ਜਿਨ੍ਹਾਂ ਨੇ ਬੁੱਧਾਂ ਦੇ ਧੰਮਾਂ ਨੂੰ ਹਿੰਦੀ ਔਰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਸੀ ਭਗਵੰਤ ਆਨੰਦ ਕੌਸ਼ਲਿਆਨ ਜੀ ਦੇ। ਤੋ ਜੂਨ ਦੇ ਮਹੀਨੇ ਹੀ 2 ਤਰੀਕ ਨੂੰ ਸੰਤ ਕਬੀਰ ਜੀ ਦੀ ਵਰਸੀ ਵੀ ਆਉਂਦੀ ਹੈ, ਤੋ ਜਿਨ੍ਹਾਂ ਨੇ ਮਨੂਵਾਦ ਦੇ ਨਾਲ ਔਰ ਬ੍ਰਾਹਮਣਵਾਦ ਦੇ ਨਾਲ ਸਿੱਧੇ ਤੌਰ 'ਤੇ ਟੱਕਰ ਲਈ, ਔਰ ਬਹੁਤ ਹੀ ਉਹਨਾਂ ਨੇ ਬਾਣੀ ਵਿੱਚ ਕਿਹਾ ਕਿ 3.5 ਗਜ ਧੋਤੀਆਂ ਤੇਰੇ ਪੈਣ ਪੱਗ ਤੱਗ, ਉਹ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਾ ਵਗ, ਓਏ ਹਰੀ ਕੇ ਸੰਤ ਨਾ ਆਖੀਏ ਇਹ ਬਨਾਰਸ ਕੇ ਠਾਗ। ਇਹ ਇਹੋ ਜਿਹੀ ਬਾਣੀ ਜੋ ਸੰਤ ਕਬੀਰ ਜੀ ਨੇ ਕਹੀ ਸੀ। ਤੋ ਇਹ ਕੁਛ ਮੇਰੇ ਜੋ ਮੈਂ ਕੱਢ ਸਕਿਆ, ਇਹ ਕੁਛ ਦਿੱਤਾ ਸੀ ਜਲਦੀ ਸਾਹਿਬ, ਤੋ ਜੋ ਮੈਂ ਪੂਰੀਆਂ ਕਰ ਸਕਿਆ। ਥੈਂਕ ਯੂ ਕੌਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀਆਂ ਸਾਡੇ ਮਿਸ਼ਨ ਨਾਲ ਸੰਬੰਧਿਤ ਤਰੀਕਾਂ ਸਨ ਉਹ ਉਹਨਾਂ ਤੋਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਇਆ। ਸੁਮਨ ਸਾਹਿਬ, ਤੁਹਾਡੀ ਵੱਲ ਫੇਰ ਆਉਣਾ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕੁਐਸਚਨ ਪੁੱਟ ਕੀਤਾ ਸੀ, ਤੁਸੀਂ ਨੇ ਉਹਦਾ ਜਵਾਬ ਦਿੱਤਾ ਕਿ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਾਨੂੰ ਵੀ ਇਕੱਠ ਕਰਨਾ ਚਾਹੀਦਾ, ਇਕੱਠੇ ਹੋ ਕੇ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਣਾ ਚਾਹੀਦਾ। ਜਿਹੜੀ ਆਜ਼ਾਦੀ ਸਾਨੂੰ ਮਿਲੀ ਆ ਉਸ ਨੂੰ ਕਿਸ ਤਰੀਕੇ ਨਾਲ ਅਸੀਂ ਸੰਭਾਲ ਕੇ ਰੱਖਣਾ ਜਾਂ ਕਿਸ ਤਰੀਕੇ ਦੇ ਨਾਲ ਅਸੀਂ ਪ੍ਰੋਟੈਕਟ ਕਰਕੇ ਰੱਖਣਾ। ਲੇਕਿਨ ਅਸੀਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੰਨੀਆਂ ਛੋਟੀਆਂ ਜਾਤੀਆਂ 'ਚ ਵੰਡ ਹੋਏ ਆ, ਅਸੀਂ ਆਪਸ ਵਿੱਚ ਹੀ ਇੱਕ ਦੂਸਰੇ ਨਾਲ ਲੜ ਕੇ ਆਪਣਾ ਟਾਈਮ ਵੇਸਟ ਕਰੀ ਜਾ ਰਹੇ ਹਾਂ। ਅਸੀਂ ਇਕੱਠੇ ਕਿਸ ਤਰ੍ਹਾਂ ਹੋਵਾਂਗੇ? ਤੁਸੀਂ ਕੋਈ
ਉਹ ਤਰੀਕਾ ਦੱਸੋਗੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਅਸੀਂ ਆਪਸ ਵਿੱਚ ਹੀ ਇੱਕ ਦੂਏ ਨਾਲ ਚੁੰਝਾਂ ਫਸਾਈ ਜਾਂਦੇ ਹਾਂ, ਬਜਾਏ ਇਸ ਦੇ ਕਿ ਸਮਾਜ ਦਾ ਕੋਈ ਇਕੱਠ ਹੋਵੇ, ਸਮਾਜ ਨੂੰ ਕੋਈ ਦਿਸ਼ਾ ਨਿਰਦੇਸ਼ ਮਿਲੇ, ਸਮਾਜ ਦਾ ਕੁਝ ਬਣੇ, ਉੱਧਰੋਂ ਉੱਧਰੀ ਭਾਈਚਾਰਾ ਬਣੇ, ਇਹਦੇ ਵਾਸਤੇ ਤੁਸੀਂ ਦੱਸੋਗੇ ਕਿ ਉਹ ਕਿਹੜਾ ਤਰੀਕਾ ਆ ਜਿਹੜੇ ਤਰੀਕੇ ਦੇ ਨੂੰ ਅਪਣਾਉਣ ਦੇ ਨਾਲ ਅਸੀਂ ਇਕੱਠੇ ਹੋ ਸਕਦੇ ਹਾਂ? ਦੇਖੋ ਚਲੀ ਸਾਹਿਬ, ਬੜਾ ਸਾਫ਼ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜੋ ਮਿਸ਼ਨ ਆਪਾਂ ਜਦੋਂ ਪੜ੍ਹਦੇ ਹਾਂ ਜੀ, ਉਹ ਜਦੋਂ ਮਿਸ਼ਨ ਪੜ੍ਹ ਕੇ ਤੇ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਖੀਰ ਦੇ ਸਿੱਟੇ ਤੇ ਜਦੋਂ ਆਪਾਂ ਨੂੰ ਸਾਰੇ ਉਹਨਾਂ ਦੇਖੋ ਸਾਰੀ ਜ਼ਿੰਦਗੀ ਲਾ ਦਿੱਤੀ ਜੀ, ਉਹਨਾਂ ਦਾ ਮਿਸ਼ਨ ਹੀ ਇਹ ਸੀ ਜੀ, ਕਿ ਇਹ ਮੇਰਾ ਜਿਹੜਾ ਸਮਾਜ ਹੈ, ਬਿਖਰਿਆ ਹੋਇਆ ਸਮਾਜ ਹੈ, ਜੀ, ਤਾਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠਾ ਕੀਤਾ ਜਾ ਸਕੇ। ਜੀ, ਇੱਥੇ ਇੱਕ ਬਹੁਤ ਵਧੀਆ ਐਗਜ਼ਾਮਪਲ ਕਿਸੇ ਪ੍ਰੋਫੈਸਰ, ਦੁਨੀਆ ਦੇ ਬਹੁਤ ਹੀ ਮੰਨੇ ਪ੍ਰਮੰਨੇ ਪ੍ਰੋਫੈਸਰ ਨੇ, ਮੈਨੂੰ ਯਾਦ ਨਹੀਂ ਉਹਨਾਂ ਨੇ ਦਿੱਤੀ ਹੈ। ਜੀ, ਉਹ ਕਹਿੰਦੇ ਆ ਕਿ ਗੁਲਾਮੀ ਦੀਆਂ ਜੜ੍ਹਾਂ ਜੀ, ਰਾਜਨੀਤੀ ਦੇ ਵਿੱਚ ਜੀ, ਹੁੰਦੀਆਂ, ਜੀ, ਤੇ ਰਾਜਨੀਤੀ ਦੀਆਂ ਜੜ੍ਹਾਂ ਜਿਹੜੀਆਂ ਉਹ ਕਾਨੂੰਨ ਦੇ ਵਿੱਚ ਹੁੰਦੀਆਂ, ਜੀ, ਤੇ ਕਾਨੂੰਨ ਜਿਹੜੇ ਆ ਉਹ ਕੌਣ ਬਣਾਉਂਦੇ? ਲੀਡਰ ਲੋਕ ਬਣਾਉਂਦੇ ਆ। ਜੀ, ਤਾਂ ਲੀਡਰ ਕੌਣ ਪੈਦਾ ਕਰਦਾ? ਉਹ ਸਮਾਜ ਪੈਦਾ ਕਰਦਾ। ਜੀ, ਤੇ ਸਮਾਜ ਨੂੰ ਕੌਣ ਬਣਾਉਂਦਾ? ਜੀ, ਉਹ ਇੱਕ ਸੱਦ ਦਮ ਜਿਹੜਾ ਆ ਉਹ ਸਮਾਜ ਬਣਾਉਂਦਾ। ਜੀ, ਅਗਰ ਸਮਾਜ ਜਿਹੜਾ ਆ ਉਹਦੇ ਕੋਲ ਇੱਕ ਸੱਦ ਦਮ ਆ ਜਾਵੇ, ਜੀ, ਤੇ ਜੇ ਸੱਦ ਦਮ ਆ ਜਾ ਗਿਆ ਤੇ ਉਹਦੇ ਨਾਲ ਸਾਰਾ ਸਮਾਜ ਇਕੱਠਾ ਹੋ ਜਾਏਗਾ। ਜੀ, ਸੱਦ ਦਮ ਦੇ ਆਉਣ ਦੇ ਨਾਲ ਜਿਹੜੇ ਸਮਾਜ ਦੇ ਵਿੱਚੋਂ ਫਿਰ ਲੀਡਰ ਬਣਨਗੇ, ਜੀ, ਉਹ ਅੱਛੇ ਲੀਡਰ ਪੈਦਾ ਹੋਣਗੇ। ਜੀ, ਅਗਰ ਅੱਛੇ ਲੀਡਰ ਪੈਦਾ ਹੋਣਗੇ ਜੀ, ਤਾਂ ਅੱਛੇ ਕਾਨੂੰਨ ਬਣਾਉਣਗੇ। ਜੀ, ਅੱਛਾ ਕਾਨੂੰਨ ਬਣ ਜਾਏਗਾ ਤੇ ਅੱਛੀ ਰਾਜਨੀਤੀ ਬਣ ਜਾਏਗੀ। ਜੀ, ਅਗਰ ਅੱਛੀ ਰਾਜਨੀਤੀ ਬਣ ਗਈ ਤੇ ਇਹੋ ਜਿਹੀ ਵਿਵਸਥਾ ਬਣ ਜਾਊਗੀ ਤੇ ਸਾਰੇ ਜੋ ਬਰਾਬਰ ਹਰ ਇੱਕ ਨੂੰ ਜੀ, ਮਤਲਬ ਪੂਰੇ ਅਧਿਕਾਰ ਮਿਲਣਗੇ। ਜੀ, ਤੇ ਇਹਦੇ ਨਾਲ ਆਪਾਂ ਨੂੰ ਬਾਬਾ ਸਾਹਿਬ ਜੋ 14 ਅਕਤੂਬਰ 1956 ਨੂੰ, ਜੀ, ਇਹੀ ਕਾਰਨ ਆ ਜੀ, ਕਿ ਇੱਕ ਧੰਮ ਦੇ ਥੱਲੇ ਇੱਕ ਪਲੇਟਫਾਰਮ ਤੇ ਅਸੀਂ ਸਾਰਾ ਸਮਾਜ ਇਕੱਠੇ ਹੋ ਜਾਈਏ, ਜਿਹੜਾ ਕਿ ਇੱਕ ਧੰਮ ਹੈ, ਬੁੱਧ ਧੰਮ ਆ, ਇੱਕ ਸਾਗਰ ਦੀ ਤਰ੍ਹਾਂ ਆ। ਉਹਦੇ ਵਿੱਚ ਸਾਰੇ ਜਿੱਦਾਂ ਨਦੀਆਂ, ਉਹ ਨਾਲੇ, ਉਹ ਛੋਟੀਆਂ ਛੋਟੀਆਂ ਨਦੀਆਂ ਸਾਰੀਆਂ ਇੱਕ ਸਾਗਰ ਦੇ ਵਿੱਚ ਜਾ ਕੇ ਇੱਕ ਹੋ ਜਾਂਦੀਆਂ, ਤੇ ਫਿਰ ਸਾਗਰ ਨੂੰ ਸੰਭਾਲਣਾ ਜਿਹੜਾ ਆ ਉਹ ਮੁਸ਼ਕਲ ਹੋ ਜਾਂਦਾ। ਜੀ, ਤੇ ਜੇ ਸਾਡਾ ਸਮਾਜ ਵੀ ਇਸੇ ਤਰ੍ਹਾਂ ਇੱਕ ਸਾਗਰ ਬਣ ਜਾਵੇ ਜੀ, ਤਾਂ ਫਿਰ ਆ, ਤੇ ਫਿਰ ਅਸੀਂ ਇੱਕ ਜੋ ਆਜ਼ਾਦੀ, ਇਕੱਲੇ ਸਾਡੀ ਆਜ਼ਾਦੀ ਨਹੀਂ, ਜੀ, ਅਸੀਂ ਸਭ ਨੂੰ ਆਜ਼ਾਦੀ, ਭਾਈਚਾਰਾ, ਸਮਾਨਤਾ, ਇਹ ਅਸੀਂ ਨਿਆਂ ਦੇ ਸਕਦੇ ਹਾਂ। ਜੀ, ਤੇ ਇਹ ਜੋ ਫਾਰਮੂਲਾ ਸਾਨੂੰ ਆਲਰੇਡੀ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਸਾਨੂੰ ਦੇ ਗਏ ਆ। ਜੀ, ਤੇ ਇਸ ਹਿਸਾਬ ਦੇ ਨਾਲ ਅਗਰ ਅਸੀਂ ਸਾਰੇ ਰਲ ਮਿਲ ਕੇ ਤਾਂ ਇਹਦੇ ਬਾਰੇ ਸੋਚ ਵਿਚਾਰ ਕਰੀਏ, ਜਿਸ ਤਰ੍ਹਾਂ ਸੰਡੇ ਵਾਲੇ ਦਿਨ ਆਪਣੇ ਸਾਡੇ CP ਸਿੰਘ ਆਏ ਸੀ, ਉਹਨਾਂ ਨੇ ਵੀ ਇਹ ਦੱਸਿਆ ਕਿ ਪ੍ਰਬੁੱਧ ਭਾਰਤ, ਜੀ, ਤੇ ਪ੍ਰਬੁੱਧ ਭਾਰਤ ਦਾ ਸੁਪਨਾ ਜੋ ਹੈ ਤੋ ਇਹ ਇੱਕ ਐਨਲਾਈਟਨਡ ਇੰਡੀਆ, ਜੀ, ਉਹਦੇ ਵਿੱਚ ਫਿਰ ਸਾਰਿਆਂ ਨੂੰ ਬਰਾਬਰਤਾ ਮਿਲੂਗੀ। ਤਾਂ ਇਹ ਇੱਕ ਇਸ ਤਰ੍ਹਾਂ ਅਸੀਂ ਇਕੱਠੇ ਹੋ ਸਕਦੇ ਹਾਂ। ਇਹ ਤੁਹਾਡੀ ਤੁਸੀਂ ਜਿਸ ਤਰੀਕੇ ਨਾਲ ਐਕਸਪਲੇਨ ਕੀਤਾ, ਇਹ ਗੱਲ ਬਿਲਕੁਲ ਠੀਕ ਲੱਗਦੀ ਆ, ਪਰ ਇਹਨੂੰ ਪ੍ਰੈਕਟੀਕਲ ਜਾਮਾਂ ਪਹਿਨਾਉਣ ਵਾਸਤੇ ਜਿਹੜੀ ਅੱਜ ਦੁਨੀਆ ਦੇ ਵਿੱਚ ਲੜਾਈ ਹੈ, ਉਹ ਅੱਜ ਧਰਮ ਦੀ ਲੜਾਈ ਆ, ਕਿਉਂਕਿ ਹਰ ਆਦਮੀ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਮੇਰਾ ਧਰਮ ਆ ਉਹ ਚੰਗਾ, ਜਿਹੜਾ ਤੇਰਾ ਧਰਮ ਆ ਉਹ ਮਾੜਾ ਆ, ਜਿਹੜਾ ਮੇਰਾ ਧਰਮ ਆ ਉਹ ਚੰਗਾ ਆ, ਮੈਂ ਆਪਣਾ ਜਿਹੜਾ ਧਰਮ ਬਣਾਇਆ ਉਹਨੂੰ ਛੱਡ ਕੇ ਤੇਰੇ ਧਰਮ ਵਿੱਚ ਕਿਉਂ ਆਵਾਂ। ਜਿਹੜੀ ਤੁਸੀਂ ਜੇ ਐਜੂਕੇਸ਼ਨ ਦੀ ਵੀ ਗੱਲ ਕਰਦੇ ਆ, ਤਾਂ ਜਿਹੜੀ ਐਜੂਕੇਸ਼ਨ ਸਿਖਾਉਂਦੀ ਆ ਉਹਨੂੰ ਛੱਡ ਕੇ ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ, ਅਸੀਂ ਧਿਆਨ ਦਿੰਦੇ ਆ ਮੈਂ ਔਰ ਮੇਰਾ, ਰਾਈਟ। ਉਸ ਮੈਂ ਔਰ ਮੇਰੇ ਨੂੰ ਕਿਹੜੇ ਤਰੀਕੇ ਨਾਲ ਖਤਮ ਕੀਤਾ ਜਾਵੇ? ਦੇਖੋ ਕਿ ਚਲੀ ਸਾਹਿਬ, ਮਤਲਬ ਇਹ ਬੜਾ ਗੁੰਝਲਦਾਰ ਸਵਾਲ ਹੈਗਾ, ਲੇਕਿਨ ਇੱਕ ਵਿਵਸਥਾ ਤਿਆਰ ਕਰਨੀ ਪੈਣੀ ਹੈ। ਵਿਵਸਥਾ ਉਦੋਂ ਹੀ ਤਿਆਰ ਹੋਣੀ ਹੈ ਕਿ ਜਿਹੜਾ ਵਿਚਾਰ ਆ, ਜੀ, ਜਿਹੜੀ ਵਿਚਾਰ ਪਰਿਵਰਤਨ ਜਿਹੜਾ ਆ ਉਹ ਜ਼ਰੂਰੀ ਹੋਣਾ ਬਹੁਤ ਜ਼ਰੂਰੀ ਹੈ। ਜੀ, ਕਿ ਮਾਨਵਰ ਕਾਂਸ਼ੀ ਰਾਮ ਜੀ ਕਿਹਾ ਕਰਦੇ ਸੀ ਜੀ, ਕਿ ਦੇਖੋ ਉਹਨਾਂ ਨੇ ਜਦੋਂ ਇਹ ਕਿਹਾ ਕਿ ਹਾਂ ਅਸੀਂ ਰੈਕੋਨਾਈਜ਼ ਆਪਾਂ ਕਰਦੇ ਸਾਰੇ, ਮਤਲਬ ਕਿਉਂਕਿ ਭਾਰਤ ਨੂੰ ਜਾਤਾਂ ਪਾਤਾਂ ਦੇ ਵਿੱਚ ਇਸ ਕਰਕੇ ਵੰਡਿਆ ਹੈ ਕਿ ਇਹ ਲੋਕ ਕਦੇ ਇਕੱਠੇ ਨਾ ਹੋ ਜਾਣ। ਜੀ,
ਲੇਕਿਨ ਜਾਤੀਆਂ ਨੂੰ ਇਕੱਠੇ ਕਰਨ ਦਾ ਜਿਹੜਾ ਆ ਉਹ ਇੱਕ ਤਰੀਕਾ ਇਹ ਵੀ ਹੈ ਕਿ ਵਿਚਾਰਾਂ ਦੀ ਸਾਂਝ ਨੂੰ ਲਿਆਉਣਾ। ਜੀ ਬਾਬਾ ਸਾਹਿਬ ਤੇ ਅਸੀਂ ਵਿਚਾਰ ਕਰਦੇ, ਸਾਰੇ ਵਿਚਾਰ ਕਰਦੇ ਆ, ਲੇਕਿਨ ਵਿਚਾਰਾਂ ਦੇ ਨਾਲ ਨਾਲ ਉਹ ਵਿਚਾਰਾਂ ਨੂੰ ਆਪਣੇ ਤੇ ਲਾਗੂ ਕਰਨਾ। ਜੀ ਜਿੰਨਾ ਚਿਰ ਅਸੀਂ ਵਿਚਾਰ ਤਾਂ ਕਰਦੇ ਜਾਵਾਂ ਬਾਬਾ ਸਾਹਿਬ ਨੇ ਇਹ ਸਾਨੂੰ ਆਹ ਦੇ ਗਏ, ਬਾਬਾ ਸਾਹਿਬ ਨੇ ਆਹ ਕਰਤਾ ਸਾਡੇ ਨਾਲ, ਲੇਕਿਨ ਬਾਬਾ ਸਾਹਿਬ ਸਾਨੂੰ ਆਪਾਂ ਨੂੰ ਕਰਨ ਲਈ ਵੀ ਕੁਝ ਕਹਿੰਦੇ ਆ। ਜੀ ਜਿੱਦਣ ਇਹ ਵਿਚਾਰ ਸਾਡੇ ਮਨ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਤੇ ਸਾਡੇ ਜਿਹੜੇ ਵਖਰੇਵਾਂਪਨ ਆ ਜੀ ਉਹ ਦੂਰ ਹੋ ਜਾਣਾ। ਉਹ ਕਹਿੰਦੇ ਆ ਨਾ ਕਿ ਵਿਚਾਰਾਂ ਦੀ ਸਾਂਝ ਖੂਨ ਦੇ ਰਿਸ਼ਤੇ ਨਾਲੋਂ ਵਾਧੂ ਗਾੜੀ ਹੁੰਦੀ ਹੈ। ਜੀ ਤੇ ਇਹ ਇੱਥੇ ਮੈਂ ਇੱਕ ਜ਼ਰੂਰ ਕਵਾਂਗਾ ਕਿ ਜਦੋਂ ਵਿਚਾਰ ਪਰਿਵਰਤਨ ਆਉਂਦਾ ਜੀ ਤਾਂ ਫਿਰ ਉਹਦੇ ਦੇ ਨਾਲ ਇੱਕ ਸਮਾਜਿਕ ਪਰਿਵਰਤਨ ਆਉਂਦਾ ਜੀ ਤੇ ਉਹਦੇ ਨਾਲ ਹੀ ਫਿਰ ਆਚਰਣ ਵਿਚਾਰਾਂ ਦੇ ਪਰਿਵਰਤਨ ਦੇ ਨਾਲ ਆਚਰਣ ਦੇ ਵਿੱਚ ਪਰਿਵਰਤਨ ਆਉਂਦਾ। ਜੀ ਜਦੋਂ ਆਚਰਣ ਜਿਹੜਾ ਆ ਉਹਦੇ ਵਿੱਚ ਪਰਿਵਰਤਨ ਆਉਂਦਾ ਤੇ ਫਿਰ ਉਹ ਸਮਾਜਿਕ ਪਰਿਵਰਤਨ ਆਉਂਦਾ। ਜੀ ਸਮਾਜਿਕ ਪਰਿਵਰਤਨ ਦੇ ਨਾਲ ਹੀ ਫਿਰ ਰਾਜਨੀਤਿਕ, ਆਰਥਿਕ, ਧਾਰਮਿਕ ਪਰਿਵਰਤਨ ਆਉਂਦੇ ਆ। ਜੀ ਇਹ ਜਦੋਂ ਚਾਰ ਹੀ ਪਰਿਵਰਤਨ ਆਉਂਦੇ ਆ, ਇਹਨਾਂ ਦੇ ਨਾਲ ਇੱਕ ਵਿਵਸਥਾ ਬਣਦੀ ਆ। ਜੀ ਉਹ ਵਿਵਸਥਾ ਜਦੋਂ ਤਿਆਰ ਹੋ ਗਈ ਤਾਂ ਮੇਰੇ ਖਿਆਲ ਆ ਕਿ ਫਿਰ ਜਿਹੜਾ ਸਮਾਜ ਆ ਉਹ ਆਪਣੇ ਆਪ ਇਕੱਠਾ ਸ਼ੁਰੂ ਹੋ ਗਿਆ, ਕਿਉਂਕਿ ਉਹ ਵਿਵਸਥਾ ਦੇ ਵਿੱਚ ਜਿਹੜਾ ਆ ਉਹ ਇਹੋ ਜਿਹਾ ਸਮਾਜ ਬਣੂਗਾ ਤੇ ਉਹ ਸਮਾਜ ਜਿਹੜਾ ਆ ਉਹ ਫਿਰ ਇੱਕ ਇਕੱਠ, ਕਿਉਂਕਿ ਵਿਚਾਰਾਂ ਦੇ ਪਰਿਵਰਤਨ ਹੋਇਆ, ਉਹਦੇ ਨਾਲ ਆਪਣੇ ਆਚਰਣ ਦੇ ਵਿੱਚ ਪਰਿਵਰਤਨ ਆ ਗਿਆ। ਆਚਰਣ ਦੇ ਨਾਲ ਫਿਰ ਸਮਾਜਿਕ ਪਰਿਵਰਤਨ ਦੇ ਨਾਲ ਫਿਰ ਆਰਥਿਕ, ਰਾਜਨੀਤਿਕ ਤੇ ਧਾਰਮਿਕ ਤੇ ਇੱਕ ਵਿਵਸਥਾ ਬਣ ਜਾਏਗੀ। ਉਹ ਜਿਹੜੀ ਵਿਵਸਥਾ ਆ ਉਹ ਫਿਰ ਉਹ ਇਕੱਠ ਦੀ ਵਿਵਸਥਾ ਹੋਊਗੀ ਜਿਹਨੂੰ ਆਪਾਂ ਆਰਗੇਨਾਈਜ਼ ਕਹਿੰਦੇ ਆ। ਜੀ ਤੇ ਇਹ ਇਸ ਤਰ੍ਹਾਂ ਆਰਗੇਨਾਈਜ਼ ਹੋ ਸਕਦਾ ਹੈ। ਸੁਮਨ ਸਾਹਿਬ, ਹੁਣ ਸਾਡਾ ਬ੍ਰੇਕ ਦਾ ਟਾਈਮ ਹੋ ਗਿਆ। ਬ੍ਰੇਕ ਤੋਂ ਬਾਅਦ ਅਸੀਂ ਇਸ ਚਰਚਾ ਨੂੰ ਜਾਰੀ ਰੱਖਾਂਗੇ। ਹੁਣ ਅਸੀਂ ਬ੍ਰੇਕ ਵੱਲ ਜਾ ਰਹੇ ਹਾਂ। ਤੁਸੀਂ ਕਿਸੇ ਨੇ ਜਾਣਾ ਨਹੀਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਲੋਟਸ ਟੈਲੀਵਿਜ਼ਨ ਤੇ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ। ਦੇਵ ਸੁਮਨ ਜੀ ਨਾਲ ਮੇਰੀ ਇਸ ਗੱਲ ਤੇ ਗੱਲਬਾਤ ਚੱਲ ਰਹੀ ਸੀ ਕਿ ਜੋ ਸਾਡਾ ਸਮਾਜ ਹੈ ਅਸੀਂ ਉਸ ਨੂੰ ਕਿਸ ਤਰ੍ਹਾਂ ਇਕੱਠਿਆ ਕਰ ਸਕਦੇ ਹਨ। ਉਹ ਕਿਹੜੇ ਤਰੀਕੇ ਹਨ ਜਿਸ ਦੇ ਨਾਲ ਅਸੀਂ ਜਿਹੜਾ ਇੰਨੀਆਂ ਜਾਤੀਆਂ ਦੇ ਵਿੱਚ ਸਮਾਜ ਵੰਡ ਹੋਇਆ ਹੈ ਉਸ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਅਸੀਂ ਆਪਣੇ ਹੱਕ ਹਕੂਕਾਂ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਾਂ। ਕੌਲ ਸਾਹਿਬ, ਸੇਮ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਦਾ ਹਾਂ ਕਿ ਕਿਹੜੇ ਤਰੀਕੇ ਨਾਲ ਅਸੀਂ ਇਕੱਠੇ ਹੋ ਸਕਦੇ ਹਾਂ ਜਿਹੜੇ ਅਸੀਂ ਇੰਨੀਆਂ ਜਾਤੀਆਂ ਦੇ ਵਿੱਚ ਵੰਡ ਹੋਏ ਹਾਂ। ਕੋਈ ਇੱਕ ਦੂਸਰੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਹਰ ਕੋਈ ਇਹ ਜਿੱਦ ਫੜ ਕੇ ਬੈਠਾ ਆ ਕਿ ਜਿੱਥੇ ਮੈਂ ਹਾਂ ਉੱਥੇ ਹੀ ਮੈਂ ਠੀਕ ਹਾਂ। ਇਸ ਦੇ ਨਾਲ ਸਾਡਾ ਸਮਾਜ ਦਾ ਇਤਨਾ ਨੁਕਸਾਨ ਹੋ ਰਿਹਾ ਕਿ ਅਸੀਂ ਇੱਕ ਪਾਵਰ ਨਹੀਂ ਬਣ ਰਹੇ। ਜਿੰਨਾ ਚਿਰ ਅਸੀਂ ਇੱਕ ਪਾਵਰ ਨਹੀਂ ਬਣਦੇ ਉਨਾ ਚਿਰ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ। ਸੋ ਤੁਹਾਡੇ ਹਿਸਾਬ ਦੇ ਨਾਲ ਅਸੀਂ ਕਿਸ ਤਰ੍ਹਾਂ ਪੂਰੇ ਸਮਾਜ ਨੂੰ ਇੱਕ ਥਾਂ ਇਕੱਠੇ ਕਰ ਸਕਦੇ ਹਾਂ? ਥੈਂਕ ਯੂ ਝੱਲੀ ਸਾਹਿਬ। ਝੱਲੀ ਸਾਹਿਬ, ਜਦੋਂ ਆਪਾਂ ਕਮੇਟੀ ਸ਼ੁਰੂ ਕੀਤੀ ਆ ਜੀ, ਉਸ ਤੋਂ ਬਾਅਦ ਵੀ ਕਾਫੀ ਆਪਣੇ ਬਾਹਰੋਂ ਲੀਡਰ ਆਏ ਆ, ਆਪਣੇ ਬੁਲਾਰੇ ਆਏ ਆ। ਉਸ ਵੇਲੇ ਵੀ ਇਹ ਸਵਾਲ ਪੈਦਾ ਹੋਇਆ ਕਰਦਾ ਸੀ ਵੀ ਇੰਨੀਆਂ ਜਾਤਾਂ ਵਿੱਚ ਵੰਡੇ ਹੋਏ ਲੋਕ ਜੀ, ਇਹ ਕਿੱਦਾਂ ਇਕੱਠੇ ਹੋਣਗੇ ਜੀ। ਕਿਉਂ ਹਰ ਕੋਈ ਇਹ ਕਹਿ ਰਿਹਾ ਮੇਰੀ ਜਾਤੀ ਵਾਧੂ ਆ, ਮੇਰੀ ਜਾਤੀ ਵਾਧੂ ਆ, ਉਹਦੇ ਵਿੱਚ ਹੀ ਰਹਿ ਕੇ ਖੁਸ਼ ਆ, ਉਹਦੇ ਵਿੱਚ ਹੀ ਵਿਆਹ ਸ਼ਾਦੀਆਂ ਕਰਦੇ ਆ, ਉਹਨੂੰ ਕਹਿੰਦੇ ਧਰਮ ਤੱਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇੱਕ ਜਾਤੀ ਨੂੰ। ਇੱਦਾਂ ਇਕੱਠੇ ਤਾਂ ਨਹੀਂ ਹੋ ਸਕਦੇ ਜੀ। ਲੇਕਿਨ 1985 ਦੇ ਵਿੱਚ ਜਦੋਂ ਮਾਨਨੀय ਕਾਂਸ਼ੀ ਰਾਮ ਜੀ ਆਏ ਸੀ ਜੀ, ਉਹਨਾਂ ਨੇ ਇੱਕ ਫਾਰਮੂਲਾ ਤਾਂ ਦਿੱਤਾ ਸੀ ਜੀ, ਵੀ ਅਸੀਂ 85% ਆ, ਜੀ, ਜੋ ਸਾਡੇ ਤੇ ਰਾਜ ਕਰ ਰਹੇ ਆ ਉਹ 15% ਆ। ਜੀ। ਉਹ ਉਸ ਵੇਲੇ ਵੀ ਸਵਾਲ ਉਹਨਾਂ ਨੂੰ ਕੀਤੇ ਗਏ ਸੀ ਵੀ ਅਸੀਂ ਇਕੱਠੇ ਕਿੱਦਾਂ ਹੋਣਾ। ਜੀ। ਉਹਨਾਂ ਨੇ ਉਸ ਵੇਲੇ ਇਹੋ ਹੀ ਗੱਲ ਕਹੀ ਸੀ ਵੀ ਸਾਨੂੰ ਲੋਕਾਂ ਨੂੰ ਐਜੂਕੇਟ ਕਰਨਾ ਪੈਣਾ। ਜੀ। ਕਿ ਲੋਕੋ, ਬਾਬਾ ਸਾਹਿਬ ਦੀ ਵੀ ਉਹਨਾਂ ਨੇ ਉਦਾਹਰਨ ਦਿੱਤੀ ਸੀ ਜੀ। ਕਿ ਲੋਕਾਂ ਨੂੰ ਦੱਸ ਦਿਓ ਕਿ ਤੁਸੀਂ
ਗੁਲਾਮ ਹੋ ਜੀ ਗੁਲਾਮ ਨੂੰ ਜਦੋਂ ਇੱਕ ਚੀਜ਼ ਗੁਲਾਮੀ ਦਾ ਅਹਿਸਾਸ ਹੋ ਜਾਏਗਾ ਨਾ ਜੀ, ਉਹ ਫਿਰ ਤਾਂ ਫਿਰ ਆਪਣੇ ਆਪ ਬਗਾਵਤ ਉਤਰ ਆਏਗਾ ਜੀ ਸੋ ਐਜੂਕੇਟ ਕਰਨ ਦੀ ਲੋੜ ਹੈ ਜੀ ਉਹਨਾਂ ਨੂੰ ਜ਼ਬਰਦਸਤੀ ਤੁਸੀਂ ਕਿਸੇ ਨੂੰ ਵੀ ਆਪਣੇ ਨਾਂ ਨਹੀਂ ਲਾ ਸਕਦੇ ਜੀ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਐਜੂਕੇਟ ਕਰਨ ਲਈ ਤੁਹਾਨੂੰ ਤਰੀਕੇ ਲੱਭਣੇ ਪੈਣਗੇ ਜੀ ਜਿਸ ਤਰ੍ਹਾਂ ਉਸ ਮੌਕੇ ਤੇ ਮਾਨਨੀय ਕਾਂਸ਼ੀ ਰਾਮ ਜੀ ਹੁਣੀ ਆਪਣੇ ਮੀਡੀਆ ਚਲਾਏ ਜੀ ਉਹ ਆਪਣੇ ਕੈਂਪ ਲਾਇਆ ਕਰਦੇ ਸੀ ਜੀ ਕੇਡਰ ਕੈਂਪ ਕੈਡਰ ਕੈਂਪ ਲਾਇਆ ਕਰਦੇ ਸੀ ਜੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਐਜੂਕੇਟ ਵਾਸਤੇ ਕ੍ਰੀਏਟ ਕਰਨੀਆਂ ਪੈਣੀਆਂ ਜੀ ਜਿੱਦਾਂ ਹੁਣ ਆਪਾਂ ਇੱਕ ਲੋਟਸ ਟੀਵੀ ਆਪਾਂ ਸ਼ੁਰੂ ਕੀਤਾ ਇਹ ਵੀ ਆਪਾਂ ਐਜੂਕੇਟ ਕਰਨ ਲਈ ਕੀਤਾ ਹੈਗਾ ਲੋਕਾਂ ਨੂੰ ਇਹਦਾ ਵੀ ਅਸਰ ਹੋਏਗਾ ਇਹਦਾ ਅਸਰ ਇੱਥੇ ਯੂਰਪ ਵਿੱਚ ਹੋਏਗਾ ਔਰ ਯੂਰਪ ਤੋਂ ਜੋ ਆਪਣੀ ਯੋਜਨਾ ਬਣਾ ਕੇ ਆਪਣੇ ਮੁਲਕਾਂ ਦੇ ਵਿੱਚ ਜਾਣ ਗਿਆ ਸੋ ਸਾਨੂੰ ਇਹ ਐਜੂਕੇਟ ਕਰਨ ਲਈ ਸਾਨੂੰ ਵੱਧ ਤੋਂ ਵੱਧ ਅੱਗੇ ਵਧਣਾ ਹੋਗਾ ਤਾਂ ਹੀ ਅਸੀਂ ਯੂਨਿਟੀ ਵੱਲ ਵੱਧ ਸਕਦੇ ਹਾਂ ਕਿਉਂਕਿ ਇਹ ਇੱਕ ਉਹਨਾਂ ਨੇ ਜੋ ਮਨੂਵਾਦ ਹੈ ਜੀ ਉਹਨਾਂ ਨੇ ਇੱਕ ਲੋਕਾਂ ਨੂੰ ਸਮਾਜ ਨੂੰ ਪਾੜਨ ਲਈ ਜਾਤੀਆਂ ਜੋ ਪੈਦਾ ਕੀਤੀਆਂ ਹੋਈਆਂ ਇਸ ਗੱਲ ਨੂੰ ਆਪਾਂ ਲੋਕਾਂ ਨੂੰ ਐਜੂਕੇਟ ਕਰਨਾ ਹੋਗਾ ਕਿ ਤੁਹਾਨੂੰ ਇਹ ਪਾੜਨ ਲਈ ਤੁਹਾਡੇ ਉੱਤੇ ਹਮੇਸ਼ਾ ਰਾਜ ਕਰਨ ਲਈ ਤੁਸੀਂ ਇੱਥੇ ਦੇ ਮੂਲ ਨਿਵਾਸੀ ਲੋਕ ਹੋ ਜੀ ਇਹ ਲੋਕ ਬਾਹਰੋਂ ਆਏ ਲੋਕ ਹੈ ਜੀ ਇਹ ਬਾਹਰੋਂ ਆਏ ਲੋਕ ਤੁਹਾਨੂੰ ਹਮੇਸ਼ਾ ਪਾੜ ਕੇ ਰੱਖਣ ਲਈ ਜਾਤੀਆਂ ਬਣਾਈਆਂ ਇਸ ਗੱਲ ਨੂੰ ਸਾਨੂੰ ਐਜੂਕੇਟ ਕਰਨਾ ਪਏਗਾ ਲੋਕਾਂ ਨੂੰ ਜਿੰਨਾ ਚਿਰ ਅਸੀਂ ਪਾਟੇ ਰਹਾਂਗੇ ਉਹਨਾਂ ਚਿਰ ਇਹ ਸਾਡੇ ਉੱਤੇ ਰਾਜ ਕਰਦੇ ਰਹਿਣਗੇ ਤੁਸੀਂ ਮੂਲ ਨਿਵਾਸੀ ਲੋਕ ਹੋ ਜਿੰਨਾ ਚਿਰ ਅਸੀਂ ਲੋਕਾਂ ਨੂੰ ਇਹ ਨਹੀਂ ਅਹਿਸਾਸ ਕਰਾ ਦਿੰਦੇ ਕਿ ਤੁਸੀਂ ਮੂਲ ਨਿਵਾਸੀ ਲੋਕ ਹੋ ਉਹਨਾਂ ਚਿਰ ਲੋਕ ਫਟੇ ਰਹਿਣਗੇ ਜੀ ਉਹ ਕਿਉਂਕਿ ਉਹ ਕਹਿੰਦੇ ਅਸੀਂ ਤਾਂ ਆ ਕਿ ਸਾਨੂੰ ਸ਼ਾਇਦ ਪਿਛਲੇ ਕਰਮਾਂ ਦਾ ਦਿੱਤਾ ਹੋਇਆ ਹੈ ਪਾਲਿਆ ਇਸ ਕਰਕੇ ਅਸੀਂ ਕਮਜ਼ੋਰ ਹਾਂ ਇਸ ਕਰਕੇ ਅਨਪੜ੍ਹ ਹਾਂ ਇਸ ਕਰਕੇ ਪਰ ਨਹੀਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਬਾਬਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਹ ਚੀਜ਼ਾਂ ਸਾਡੇ ਉੱਤੇ ਸਿਰਫ ਸਾਡੇ ਉੱਤੇ ਗੁਲਾਮ ਬਣਾਉਣ ਲਈ ਠੋਸੀਆਂ ਗਈਆਂ ਸੋ ਦੇਖੋ ਝੱਲੀ ਸਾਹਿਬ ਤੁਸੀਂ ਪ੍ਰੂਫ ਦੇਖੋ ਜੀ ਇੱਕ ਵਾਰੀ ਆਪਣੇ ਤੁਸੀਂ ਇੱਕ ਵਾਰੀ ਗੱਲ ਕੀਤੀ ਵੀ ਸੀ ਕਿ ਮਹਾਰਾਸ਼ਟਰ ਦੇ ਵਿੱਚ 25000 ਜਾਤੀ ਪਿਸ਼ਾਵਰਾਂ ਦੀਆਂ 25000 ਫੌਜਾਂ ਜੀ ਕਿਰਕੀ ਦੀ ਲੜਾਈ ਦੇ ਵਿੱਚ ਕਿਰਕੀ ਦੀ ਲੜਾਈ ਦੇ ਵਿੱਚ 500 ਜੋ ਉਸ ਮੌਕੇ ਦੇ ਮਹਾਰ ਰੈਜੀਮੈਂਟ ਸੀ 500 ਲੋਕਾਂ ਨੇ 500 ਫੌਜੀਆਂ ਨੇ ਜੀ 25000 ਦੀਆਂ ਆਪਣੇ ਫੌਜ ਨੂੰ ਪਿਸ਼ਾਵਰਾਂ ਦੀ ਫੌਜ ਨੂੰ ਹਰਾਇਆ ਸੀ ਕਿਉਂਕਿ ਉਹਨਾਂ ਦੇ ਵਿੱਚ ਇੱਕ ਬਗਾਵਤ ਦਾ ਜਜ਼ਬਾ ਆ ਗਿਆ ਸੀ ਤਾਂ ਹੀ ਹਰਾਇਆ ਸੋ ਉਹ ਜਜ਼ਬਾ ਜੋ ਆਇਆ ਸੀ ਉਹ ਤੁਹਾਨੂੰ ਲੋਕਾਂ ਵਿੱਚ ਭਰਨਾ ਪੈਣਾ ਹਾਂਜੀ ਉਹ ਭਰਨ ਲਈ ਤੁਹਾਨੂੰ ਉਹਨਾਂ ਨੂੰ ਐਜੂਕੇਟ ਕਰਨਾ ਪੈਣਾ ਸੋ ਮੇਰਾ ਇਹ ਵਿਚਾਰ ਆ ਕਿ ਵੱਧ ਤੋਂ ਵੱਧ ਸਾਨੂੰ ਪ੍ਰਚਾਰ ਦੇ ਸਾਧਨ ਕਰਨੇ ਪੈਣਗੇ ਇਹ ਲੋਕਾਂ ਤੱਕ ਸਾਨੂੰ ਪਹੁੰਚਣਾ ਪੈਣਾ ਤਾਂ ਜਾ ਕੇ ਆਪਾਂ ਕੁਛ ਨਾ ਕੁਛ ਇਹ ਜੋ ਉਹਨਾਂ ਨੂੰ ਮਨੂਵਾਦ ਨੂੰ ਆਪਾਂ ਮੂੰਹ ਤੋੜ ਜਵਾਬ ਦੇ ਸਕਦੇ ਹਾਂ ਤੁਹਾਡੀ ਗੱਲ 'ਚੋਂ ਗੱਲ ਮੈਂ ਫੜਦਾ ਤੁਸੀਂ ਕਿਹਾ ਵੀ ਲੋਕਾਂ ਤੱਕ ਪਹੁੰਚਣਾ ਪੈਣਾ ਰਾਈਟ ਕਿਉਂਕਿ ਹੁਣ ਅਗਲੇ ਸਾਲ ਪੰਜਾਬ ਦੇ ਵਿੱਚ ਵੀ ਇਲੈਕਸ਼ਨਾਂ ਆ ਰਹੀਆਂ ਯੂਪੀ ਦੇ ਵਿੱਚ ਵੀ ਇਲੈਕਸ਼ਨਾਂ ਆ ਰਹੀਆਂ ਯੂਪੀ 'ਚ ਤਾਂ ਚਲੋ 4 ਵਾਰੀ ਆਪਣਾ ਜਿਹੜਾ ਉੱਥੇ ਰਾਜ ਵੀ ਆ ਚੁੱਕਿਆ ਰਾਈਟ ਲੇਕਿਨ ਪੰਜਾਬ ਦੇ ਵਿੱਚ ਜਿੱਥੇ ਕਿ 32% ਸ਼ਡਿਊਲਡ ਕਾਸਟ ਦੀ ਪਾਪੂਲੇਸ਼ਨ ਆ ਇੱਥੇ ਸਾਡੇ ਸਮਾਜ ਦੇ ਲੋਕ ਆ ਚਲੋ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲਓ ਕਿ ਇੱਥੇ ਰਾਜ ਤਾਂ ਇੱਕ ਪਾਸੇ ਰਹਿ ਗਿਆ ਅਸੀਂ ਇੱਕ MLA ਨਹੀਂ ਬਣਾ ਸਕਦੇ ਉਹ ਇਸ ਚੀਜ਼ ਦਾ ਸਬੂਤ ਹੈ ਕਿ ਅਸੀਂ ਕਿੰਨੇ ਪਾਟੇ ਹੋਏ ਆ ਇਹ ਹੁਣ ਜੋ ਕੁਛ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਆ ਕਿ ਉਹਨਾਂ ਨੇ ਘਰ ਘਰ ਚੱਲੋ ਮੁਹੱਲੇ ਚੱਲੋ ਪਿੰਡ ਚੱਲੋ ਸ਼ਹਿਰ ਚੱਲੋ ਉਹਨਾਂ ਨੇ ਮੁਹਿੰਮ ਚਲਾਈ ਆ ਜਿੱਦਾਂ ਤੁਸੀਂ ਕਿਹਾ ਕਿ ਐਜੂਕੇਟ ਕਰਨ ਵਾਸਤੇ ਤੁਹਾਨੂੰ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਪੈਣੀ ਹੈ ਸੋ ਹੁਣ ਇਸ ਦਿਸ਼ਾ ਵਿੱਚ ਉਹਨਾਂ ਨੇ ਪਹੁੰਚ ਸ਼ੁਰੂ ਕੀਤੀ ਆ ਉਹਦੇ ਵਿੱਚ ਉਹ ਕਿੰਨੇ ਕੁ ਕਾਮਯਾਬ ਹੁੰਦੇ ਆ ਜਾਂ ਕਿੰਨੇ ਕੁ ਕਾਮਯਾਬ ਨਹੀਂ ਹੁੰਦੇ ਇੱਕ ਆ ਵੀ ਜਿੰਨੇ ਸਾਡੇ ਲੀਡਰ ਆ ਲੀਡਰਸ਼ਿਪ ਜਿਹੜੀ ਆ ਉਹਨਾਂ ਦੇ ਉੱਤੇ ਸਾਡੇ ਲੋਕਾਂ ਦਾ ਓਨਾ ਵਿਸ਼ਵਾਸ ਨਹੀਂ ਰਿਹਾ ਕਿ ਉਹ ਜਿੰਨਾ ਕਿ ਉਹਨਾਂ ਨੂੰ ਹੋਣਾ ਚਾਹੀਦਾ ਸੀ
ਇਹ ਉਸ ਲੀਡਰ ਦੀ ਪਹਿਚਾਣ ਕਰਨ ਦੀ ਜ਼ਰੂਰਤ ਆ। ਇਹਦੇ ਬਾਰੇ ਸੁਮਨ ਸਾਹਿਬ ਤੁਸੀਂ ਕੀ ਕਹੋਗੇ? ਜਿੱਦਾਂ ਵੀ ਹੁਣ ਮੈਂ ਜਿਹੜੀ ਗੱਲ ਕੀਤੀ ਆ ਕਿ ਅਗਲੇ ਸਾਲ 2017 ਨੂੰ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਆ ਰਹੀ ਆ, ਜਿਹੜੀ ਯੂਪੀ ਦੇ ਵਿੱਚ ਵੀ ਇਲੈਕਸ਼ਨ ਆ ਰਹੀ ਆ, ਸਾਡੇ ਸਮਾਜ ਨੂੰ ਕਿੱਦਾਂ ਗਾਈਡ ਕੀਤਾ ਜਾਵੇ, ਕਿੱਦਾਂ ਐਜੂਕੇਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਹਰ ਕੱਲੇ ਮੈਂਬਰ ਦੀ ਕੱਲੀ ਵੋਟ ਦੀ ਵੈਲਿਊ ਆ। ਜਿੰਨਾ ਚਿਰ ਅਸੀਂ ਵੋਟ ਦੀ ਵੈਲਿਊ ਨੂੰ ਨਹੀਂ ਪਹਿਚਾਣਦੇ, ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਕਿ ਮੇਰੀ ਕੀ ਜ਼ਿੰਮੇਵਾਰੀ ਆ, ਕਿਉਂਕਿ ਦੇਖਣ ਵਿੱਚ ਹਮੇਸ਼ਾ ਇਹ ਆਇਆ ਕਿ ਅਸੀਂ ਹਮੇਸ਼ਾ ਕੀਤਾ ਕਰਾਇਆ ਮੰਗਦੇ ਆ। ਕੋਈ ਸਭ ਕੁਝ ਕਰਕੇ ਲਿਆ ਕੇ ਸਾਡੀ ਪਲੇਟ ਵਿੱਚ ਰੱਖ ਦੇਵੇ ਜਾਂ ਸਾਡੇ ਹੱਥ ਤੇ ਰੱਖ ਦੇਵੇ, ਲੇਕਿਨ ਆਪ ਅਸੀਂ ਕੁਝ ਵੀ ਕਰਨ ਲਈ ਤਿਆਰ ਨਹੀਂ। ਆਪ ਸਿਰਫ ਅਸੀਂ ਐਡਵਾਈਜ਼ਾਂ ਦੇਣ ਲਈ ਤਿਆਰ ਆ ਜਾਂ ਦੱਸਣ ਲਈ ਤਿਆਰ ਆ, ਆਹ ਕਰੋ ਉਹ ਕਰੋ, ਲੇਕਿਨ ਕਰੇ ਕੌਣ? ਉਸ ਵਾਸਤੇ ਮੈਂ ਤੁਹਾਡੇ ਕੋਲੋਂ ਇਹ ਪੁੱਛਦਾ ਕਿ ਜਿਸ ਤਰ੍ਹਾਂ ਲੀਡਰਸ਼ਿਪ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ, ਉਹ ਹੁਣ ਕਿੱਦਾਂ ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਕੀਤਾ ਜਾਵੇ? ਕਿੱਦਾਂ? ਚਲੀ ਸਾਹਿਬ ਆਪਣੇ ਸੁਮਨ ਜੀ ਹੁਣਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਸੇ ਗੱਲ ਨਾਲ ਜੋੜਨਾ ਚਾਹੁੰਦਾ ਜੀ। ਜੇ ਤੁਸੀਂ ਗੱਲ ਕੀਤੀ ਹੈ, ਪ੍ਰੋਫੈਸਰ ਵਿਵੇਕ ਕੁਮਾਰ ਜੀ ਇੱਥੇ ਆਏ ਸੀ ਜੀ, ਉਹਨਾਂ ਨੇ ਇੱਕ ਗੱਲ ਕੀਤੀ ਸੀ ਆਪਣੇ ਨਾਲ ਜੀ, ਵੀ ਜਿਹੜਾ ਇਹ ਅੰਦੋਲਨ ਆਪਾਂ ਨੂੰ ਤੋੜਨਾ ਪੈਣਾ ਜੀ, ਤੁਸੀਂ ਇੱਕ ਤੇ ਨਾ ਰੱਖੋ ਜੀ। ਤੁਸੀਂ ਲੀਡਰ ਦੀ ਗੱਲ ਕੀਤੀ ਆ ਜੀ, ਇਕੱਲੇ ਲੀਡਰ ਦਾ ਹੀ ਕੰਮ ਨਹੀਂ ਹੈ ਜੀ, ਇਹ ਸਮਾਜ ਦਾ ਕੰਮ ਹੈ ਜੀ। ਜੇ ਸਮਾਜ ਐਜੂਕੇਟ ਹੋ ਗਿਆ ਤਾਂ ਜਿਸ ਤਰ੍ਹਾਂ ਸਮੂਹ ਨੇ ਪਹਿਲਾਂ ਕਿਹਾ, ਜਿਹੜਾ ਲੀਡਰ ਆ ਉਹ ਵੀ ਐਜੂਕੇਟ ਹੋ ਜੀ। ਇਹ ਆਪਣਾ ਸਮਾਜ ਭਾਵੇਂ ਇਹ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ ਜੀ। ਮੈਂ ਤਾਂ ਉਹੀ ਗੱਲ ਕਹਿੰਦਾ ਕਿ ਕਿਉਂਕਿ ਪਿੱਛੇ ਕੀ ਹੋਇਆ ਕਿ ਜਦੋਂ ਵੀ ਵੋਟਾਂ ਆਉਂਦੀਆਂ, ਥੋੜ੍ਹੇ ਜਿਹੇ ਪੈਸੇ ਬਦਲੇ ਜਾਂ ਸ਼ਰਾਬ ਦੀਆਂ ਬੋਤਲਾਂ ਬਦਲੇ ਜਾਂ ਆਟੇ ਦੇ ਬੋਰੇ ਬਦਲੇ, ਉਹ ਉਹਨਾਂ ਨੂੰ ਉਸ ਵੇਲੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦੇ ਕੋਲੋਂ ਵੋਟਾਂ ਲੈ ਲਈਆਂ ਜਾਂਦੀਆਂ। ਉਹਨਾਂ ਲੋਕਾਂ ਨੂੰ ਵੀ ਇਹ ਸੈਕਰੀਫਾਈਸ ਕਰਨੀ ਪੈਣੀ ਆ ਕਿ ਮੈਂ ਆਪਣੇ ਆਪ ਨੂੰ ਇੱਕ ਆਟੇ ਦੇ ਬੋਰੇ ਬਦਲੇ ਜਾਂ ਇੱਕ ਘੜੀ ਭਰ ਕਮਲਾ ਹੋਣ ਲਈ ਸ਼ਰਾਬ ਦੀ ਬੋਤਲ ਪਿੱਛੇ ਮੈਂ ਆਪਣੇ 5 ਸਾਲ ਦੀ ਤਾਕਤ ਜਿਹੜੀ ਆ ਉਹ ਦੂਸਰਿਆਂ ਦੇ ਹੱਥ ਨਹੀਂ ਫੜਾਉਣੀ। ਸੋ ਮੈਂ ਸੁਮਨ ਸਾਹਿਬ ਤੁਹਾਡੇ ਕੋਲੋਂ ਇਹਦੇ ਬਾਰੇ ਕੁਝ? ਇਹਦੇ ਬਾਰੇ ਦੇਖੋ ਜੀ ਝੱਲੀ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ 2017 ਦੇ ਵਿੱਚ ਪੰਜਾਬ ਔਰ ਯੂਪੀ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ, ਅਤੇ ਹੁਣ ਇੱਥੇ ਸਾਡੇ ਸਮਾਜ ਨੂੰ ਬੜੇ ਹੀ ਸਜਗ ਰਹਿਣ ਦੀ ਜ਼ਰੂਰਤ ਹੈ ਜੀ। ਇਹ ਜਿਹੜੀ ਨੇਤਾ ਦੀ ਗੱਲ ਕਰਦੇ ਆ ਕਿ ਉਹਦੇ ਨੇਤਾ ਦੀ ਪਛਾਣ ਕਰਨ ਦੀ ਜ਼ਰੂਰਤ ਹੈ ਜੀ। ਉਹਨੂੰ ਸਾਨੂੰ ਜਿਸ ਤਰ੍ਹਾਂ ਕਿ ਸਾਡੇ ਕੌਲ ਸਾਹਿਬ ਨੇ ਦੱਸਿਆ ਕਿ ਸਾਨੂੰ ਆਪਣਾ ਇਤਿਹਾਸ ਜਿਹੜਾ ਆ ਜੀ ਉਹ ਪੜ੍ਹਨਾ ਚਾਹੀਦਾ ਕਿ ਕੌਣ ਸਾਡਾ ਅਤੇ ਕੌਣ ਸਾਡਾ ਦੁਸ਼ਮਣ ਹੈ ਅਤੇ ਕੌਣ ਸਾਡਾ ਹਮਾਇਤੀ ਹੈ ਜੀ। ਹੁਣ ਉੱਥੇ ਪੰਜਾਬ ਦੀ ਆਪਾਂ ਗੱਲ ਲਈਏ, ਪੰਜਾਬ ਦੇ ਵਿੱਚ ਵੀ ਹੁਣ ਸਾਡੇ ਸਮਾਜ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਉਹ ਸਾਹਮਣੇ ਗੱਲ ਆ ਰਹੀ ਆ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਜੀ ਜਿਹੜਾ ਸਾਡਾ ਦੁਸ਼ਮਣ ਹੈ, ਜਿਨ੍ਹਾਂ ਨੂੰ ਮੈਂ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਉਹ ਬਾਬਾ ਸਾਹਿਬ ਦਾ ਬਿਲਕੁਲ ਨਾਂ ਲੈ ਕੇ ਰਾਜੀ ਨਹੀਂ ਸੀ ਜੀ। ਅੱਜ ਉਹ ਕਹਿੰਦੇ ਕਿ ਬਾਬਾ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੰਨਣ ਵਾਲੇ ਅਸੀਂ ਹਾਂ ਜੀ। ਇਸ ਤਰੀਕੇ ਦੇ ਨਾਲ ਫਿਰ ਸਾਡੇ ਜਿਹੜੇ ਮਹਾਂਪੁਰਸ਼ਾਂ ਨੂੰ ਜੀ, ਉਹਨਾਂ ਦੇ ਉਹ ਵੱਧ ਤੋਂ ਵੱਧ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ, ਉਹਨਾਂ ਦਾ ਪ੍ਰਚਾਰ ਸ਼ੁਰੂ ਕੀਤਾ ਕਿ ਇਹਨਾਂ ਨੂੰ ਲੱਗੇ ਕਿ ਹਾਂ ਵੀ ਇਹ ਸਾਡਾ ਕੰਮ ਜੀ। ਲੇਕਿਨ ਇਹਨਾਂ ਚੀਜ਼ਾਂ ਤੋਂ ਸਾਨੂੰ ਬੜੇ ਕੇਅਰਫੁਲ ਹੋਣ ਦੀ ਜ਼ਰੂਰਤ ਆ। ਅਤੇ ਜਿੱਦਾਂ ਜਿਹੜਾ ਵੋਟ ਦਾ ਜਿੱਦਾਂ ਤੋਂ ਹੁਣ ਗੱਲ ਚੱਲੀ ਆ ਜੀ, ਸਭ ਤੋਂ ਵੱਡਾ ਹਥਿਆਰ ਜੀ, ਜਿੱਦਾਂ ਕਿ ਸਾਡੇ ਸੋਹਣ ਲਾਲ ਰਤੂ ਜੀ ਕਵੀ ਜਿਹੜੇ ਲੇਖਕ ਨੇ ਗੀਤਾਂ ਦੇ, ਉਹ ਕਹਿੰਦੇ ਵੋਟ ਨਹੀਂ ਇਹ ਬੰਬ ਆ ਜੀ। ਅਗਰ ਅਸੀਂ ਵੋਟ ਦੇ ਅਧਿਕਾਰ ਨੂੰ ਸਮਝ ਲਈਏ ਜੀ ਕਿ ਵੋਟ ਜਿਹੜੀ ਆ ਉਹਨੇ ਇੱਕ ਰਾਣੀਆਂ ਦੀ ਨਸਬੰਦੇ ਕਰਕੇ ਰੱਖ ਦਿੱਤੀ ਆ ਕਿ ਅੱਜ ਜਿਹੜੇ ਰਾਜੇ ਆ ਉਹ ਰਾਣੀਆਂ ਦੇ ਪੇਟੀ ਚੋਂ ਵੋਟਾਂ ਦੀ ਪੇਟੀ ਦੇ ਵਿੱਚੋਂ ਪੈਦਾ ਕਰਨੇ ਆ। ਅੱਜ ਇੱਥੇ ਸਾਡੇ ਜਿੰਨੇ ਵੀ ਮੇਰੇ ਬਹੁਜਨ ਸਮਾਜ ਦੇ ਦਰਸ਼ਕ ਦੇਖ ਰਹੇ ਆ ਤੇ ਲੋਟਸ ਟੀਵੀ ਨੂੰ, ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਿਹੜਾ ਜਿੱਦਾਂ ਪ੍ਰੋਫੈਸਰ ਆਪਣੇ CP ਸਿੰਘ ਨੂੰ ਤੁਸੀਂ ਸਵਾਲ ਵੀ ਪੁੱਛਿਆ ਸੰਡੇ ਕਿ ਪੇ ਬੈਕ ਟੂ ਦੀ ਸੋਸਾਇਟੀ, ਪੇ ਬੈਕ ਟੂ ਸੋਸਾਇਟੀ ਦਾ ਇਹ ਵੀ ਕੰਮ ਬਣਦਾ ਆ ਕਿ ਅਸੀਂ ਜੋ ਪੜ੍ਹੇ ਲਿਖੇ ਲੋਕ ਆ ਆਪਣੇ ਸਮਾਜ ਨੂੰ ਗ੍ਰਾਸ ਰੂਟ ਤੋਂ ਜੀ ਵੋਟ ਦੀ ਕੀਮਤ ਦਾ ਦੱਸੀਏ ਕਿ ਇਹ ਜੋ ਵੋਟ ਦੀ ਕੀਮਤ ਆ ਇਹਨੂੰ ਪਹਿਚਾਣ ਕੇ ਉਸ ਵੋਟ ਨੂੰ ਜਿਹੜੇ ਸਹੀ
ਸਾਡਾ ਸਮਾਜ ਦਾ ਜੋ ਸੁਧਾਰ ਕਰਨ ਦੀ ਗੱਲ ਕਰਦੇ ਆ ਉਹਨਾਂ ਨੂੰ ਵੋਟ ਪਾਈਏ ਜੀ ਤੇ ਉਹ ਵੋਟ ਪਾ ਕੇ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਯੂਪੀ ਦੀ, ਜੀ ਯੂਪੀ ਦੇ ਵਿੱਚ 19% ਮਤਲਬ ਜਿਹੜੀ Population ਸ਼ਡਿਊਲਡ ਕਾਸਟ ਤੇ, ਲੇਕਿਨ ਆਪਣੇ ਪੰਜਾਬ ਦੇ ਵਿੱਚ 32 ਹੈ ਜੀ ਇਹ 32% ਨੂੰ ਅਸੀਂ ਇਕੱਠਾ ਕਰਨ ਦੀ ਜ਼ਰੂਰਤ ਆ। ਉਹ ਇਕੱਠਾ ਇਸੇ ਕਰਕੇ ਹੀ ਹੋਣਾ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਮੈਨੂੰ ਬਹੁਤ ਵਧੀਆ ਲੱਗਾ ਕਿ ਹੁਣ ਜਿਹੜਾ ਬਹੁਜਨ ਸਮਾਜ ਪਾਰਟੀ ਦੇ ਜੋ ਕਾਰਜਕਰਤਾ ਆ ਇਹਨਾਂ ਨੇ ਗ੍ਰਾਸ ਰੂਟ ਤੇ ਕੰਮ ਸ਼ੁਰੂ ਕੀਤਾ ਜੀ ਕਿ ਘਰ ਘਰ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਗ੍ਰਾਸ ਰੂਟ ਤੇ ਉਹਨਾਂ ਨੂੰ ਸਮਝਾ, ਕਿਉਂਕਿ ਸਾਡੇ ਸਮਾਜ ਨੂੰ ਗੁੰਮਰਾਹ ਬਹੁਤ ਕੀਤਾ ਜਾ ਰਿਹਾ ਜੀ ਕਿ ਜਿਸ ਤਰ੍ਹਾਂ ਕਿ ਮੈਨੂੰ ਗੱਲ ਯਾਦ ਆ ਗਈ ਪੰਤੇ ਧੰਮਨਾਗ ਜੀ ਉਹਨਾਂ ਨਾਲ ਗੱਲ ਚੱਲਦੀ ਸੀਗੀ। ਉਹ ਕਹਿੰਦੇ ਸੀ ਵੀ ਜਿੱਦਾਂ ਸ਼ਿਵਾਜੀ ਆ ਜੀ ਸ਼ਿਵਾਜੀ ਸਾਡੇ ਸਮਾਜ ਦੇ ਬਹੁਤ ਹੀ ਮਤਲਬ ਇੱਕ ਯੋਧੇ ਹੋਏ ਆ। ਹੁਣ ਉਹਨਾਂ ਨੂੰ ਬਿਲਕੁਲ ਪੁੱਛਿਆ ਨਹੀਂ ਗਿਆ ਜੀ ਤਾਂ, ਲੇਕਿਨ ਜੋ ਜੋਤੀਰਾਓ ਫੂਲੇ ਜੀ ਸੀ ਜੀ ਉਹਨਾਂ ਨੇ ਜਾ ਕੇ ਖੋਜ ਕਰਕੇ ਉਹਨਾਂ ਦੀ ਜਿਹੜੀ ਸਮਾਧੀ ਸੀਗੀ ਉਹ ਪਤਾ ਕੀਤਾ। ਲੇਕਿਨ ਟੋਲਣ ਵਾਲੇ ਯੋਧੇ ਸਾਡੇ ਤੇ ਅੱਜ ਉਹ ਸ਼ਿਵਾਜੀ ਨੂੰ ਆਪਣੇ ਕੋਲ ਲੈ ਕੇ ਤੇ ਉਹਨੂੰ ਆਪਣਾ ਪ੍ਰਮੋਟ ਕਰ ਰਿਹਾ। ਇਸ ਤਰ੍ਹਾਂ ਨਾ ਹੋਵੇ ਕਿ ਜੋ ਬਾਬਾ ਸਾਹਿਬ ਨੂੰ ਅੱਜ ਉਹ ਪ੍ਰਮੋਟ ਕਰ ਰਹੇ, ਇਹ ਨਾ ਹੋਵੇ ਕਿ ਬਾਬਾ ਸਾਹਿਬ ਨੂੰ ਹੀ ਸਾਡੇ ਕੋਲੋਂ ਮਤਲਬ ਤੁਹਾਡੀ ਗੱਲ ਦੇ ਗੱਲ ਵਿੱਚੋਂ ਟੋਕਦਾ ਇੱਥੋਂ ਤੁਸੀਂ ਮੁੜ ਕੇ ਸ਼ੁਰੂ ਕਰ ਲੈਣਾ, ਕਿਉਂਕਿ ਰਾਤੀ ਵੀ ਮੈਂ ਟੈਲੀਵਿਜ਼ਨ ਤੇ ਦੇਖਦਾ ਸੀ, ਅੱਜ ਸਵੇਰੇ ਇੱਥੇ ਮੈਨਚੈਸਟਰ ਆਉਣ ਤੋਂ ਪਹਿਲਾਂ ਵੀ ਮੈਂ ਟੈਲੀਵਿਜ਼ਨ 'ਚ ਦੇਖਦਾ ਸੀ ਕਿ ਯੂਪੀ ਦੇ ਵਿੱਚ ਸ਼ਾਹੂ ਜੀ ਮਹਾਰਾਜ ਨੂੰ ਲੈ ਕੇ ਵੀ ਰਾਜਨੀਤੀ ਸ਼ੁਰੂ ਹੋ ਗਈ ਆ ਕਿ ਸ਼ਾਹੂ ਜੀ ਮਹਾਰਾਜ ਨੇ ਹਮੇਸ਼ਾ ਦਲਿਤਾਂ ਲਈ ਸੋਚਿਆ, ਇਸ ਕਰਕੇ ਉਹਨਾਂ ਦੇ ਪਰਿਵਾਰ 'ਚੋਂ ਬੰਦੇ ਲੈ ਕੇ ਮੋਹਰੇ ਕਰਕੇ ਵੀ ਲੋਕਾਂ ਨੂੰ ਕਨਫਿਊਜ਼ਨ ਦੇ ਵਿੱਚ ਪਾਇਆ ਜਾ ਰਿਹਾ ਹੈਗਾ। ਐਗਜ਼ੈਕਟਲੀ ਇਹ ਕਿ ਹੁਣ ਆਪਣੇ ਪੰਜਾਬ ਦੀ ਲੈ ਲਓ ਜੀ, ਪੰਜਾਬ ਦੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਬਾਬਾ ਸਾਹਿਬ ਦੇ ਨਾਂ 'ਤੇ ਉਹਨਾਂ ਨੇ ਮੋਹਰੇ ਲੀਡਰ ਪੈਦਾ ਕੀਤੇ ਆ ਜੀ ਤੇ ਜਿਹੜੀ ਕਿ ਆਪਾਂ ਐਗਜ਼ਾਮਪਲ ਪੰਜਾਬ ਦੇ ਪ੍ਰਧਾਨ ਦੀ ਲੈ ਲਓ ਕਿ ਬੀਜੇਪੀ ਦਾ ਜੋ ਪ੍ਰਧਾਨ ਨੂੰ ਬਣਾਇਆ ਗਿਆ ਜੀ ਉਹ ਇਸ ਕਰਕੇ ਸਾਨੂੰ ਤੋੜਨ ਲਈ ਬਣਾਇਆ ਗਿਆ। ਤੇ ਇਹ ਮੇਰੇ ਜੋ ਬਹੁਜਨ ਸਮਾਜ ਦੇ ਦਰਸ਼ਕ ਆ, ਸਾਨੂੰ ਇੱਥੇ ਬੜੇ ਸਜਗ ਰਹਿਣ ਦੀ ਜ਼ਰੂਰਤ ਆ ਔਰ ਸਾਨੂੰ ਆਪਣੇ ਪਿੱਛੇ ਜਿੰਨੇ ਵੀ ਆਪਣੇ ਸਾਡੇ ਪਰਿਵਾਰ ਆ, ਜਿੰਨੇ ਵੀ ਸਾਡਾ ਸਮਾਜ ਆ, ਜਿਸੇ ਵੀ ਜ਼ਰੀਏ ਦੇ ਹਿਸਾਬ ਨਾਲ ਜਿੱਦਾਂ ਕਿ ਆਪਾਂ ਲੋਟਸ ਟੀਵੀ ਤੋਂ ਦੱਸ ਰਹੇ ਹਾਂ, ਇਸੇ ਤਰ੍ਹਾਂ ਅਸੀਂ ਮਤਲਬ ਆਪਣੇ ਸਮਾਜ ਨੂੰ ਤਿਆਰ ਕਰਕੇ ਉਹਨਾਂ ਨੂੰ ਇਹਨਾਂ ਤੋਂ ਕੀ ਕਹਿੰਦੇ ਆ ਕਿ ਚੇਤਾਵਨੀ ਔਰ ਇਹਨਾਂ ਨੂੰ ਇੱਕ ਤਰ੍ਹਾਂ ਦਾ ਅਲਰਟ ਕਰਵਾਈਏ ਕਿ ਭਾਈ ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਕਿ ਸਾਡਾ ਜੋ ਸਮਾਜ ਦੇ ਜੋ ਸਾਡੇ ਸਮਾਜ ਦੀ ਗੱਲ ਕਰਦੇ ਆ, ਸਾਡੇ ਸਮਾਜ ਦੇ ਬਿਹਤਰੀ ਦੀ ਗੱਲ ਕਰਦੇ ਆ, ਉਹਨਾਂ ਨੂੰ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰੀਏ, ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰਕੇ ਤੇ ਆਪਾਂ ਆਪਣੀ ਸਰਕਾਰ ਬਣਾ ਸਕਦੇ। ਜਿਸ ਤਰ੍ਹਾਂ ਤੁਸੀਂ ਅਰਲੀ ਔਨ ਭੰਤੇ ਜੀ ਦੀ ਗੱਲ ਕੀਤੀ ਆ, ਕਿਉਂਕਿ ਮੈਨੂੰ ਇਨਫੋਰਮੇਸ਼ਨ ਜਿਹੜੀ ਮਿਲੀ ਆ ਕਿ ਅੱਜ ਕੱਲ੍ਹ ਭਿਕਸ਼ੂਆਂ ਦਾ ਵੀ ਦੁਰਉਪਯੋਗ ਹੋ ਰਿਹਾ, ਜਦੋਂ ਕਿ ਭਿਕਸ਼ੂਆਂ ਨੂੰ ਜਾਣ ਬੁੱਝ ਕੇ ਰਾਜਨੀਤੀ ਦੇ ਵਿੱਚ ਝੋਕਿਆ ਜਾ ਰਿਹਾ, ਜਦੋਂ ਕਿ ਭਿਕਸ਼ੂਆਂ ਦਾ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਕੋਈ ਸੰਬੰਧ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਉਹਨਾਂ ਦਾ ਤਾਂ ਕੰਮ ਆ ਬਈ ਜੋ ਧਰਮ ਹੈ, ਧਾਰਮਿਕ ਸਿੱਖਿਆ ਦੇਣੀ ਜਾਂ ਲੋਕਾਂ ਨੂੰ ਨਿਮਰਤਾ ਸਿਖਾਉਣੀ, ਸੱਚ ਸਿਖਾਉਣਾ। ਲੇਕਿਨ ਜਿਹੜਾ ਅੱਜ ਕੱਲ੍ਹ ਭਿਕਸ਼ੂਆਂ ਨੂੰ ਵੀ ਰਾਜਨੀਤੀ ਵਿੱਚ ਝੋਕਿਆ ਜਾ ਰਿਹਾ ਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਵੀ ਇੱਕ ਸਾਡਾ ਜੋ ਮਤਲਬ ਕਾਊਂਟਰ ਆ ਨਾ, ਉਹਦੀ ਇੱਕ ਸੋਚੀ ਸਮਝੀ ਇੱਕ ਸਾਜ਼ਿਸ਼ ਹੈ ਜੀ, ਕਿ ਜਿਸ ਤਰ੍ਹਾਂ ਮਤਲਬ ਪਹਿਲਾਂ ਤੋਂ ਹਿਸਟਰੀ ਤੋਂ ਤੁਸੀਂ ਦੇਖ ਲਓ, ਹਮੇਸ਼ਾ ਉਹਨਾਂ ਨੇ ਸਾਡਾ ਜੋ ਦੁਸ਼ਮਣ ਆ, ਜੋ ਜਿਹੜਾ ਸਾਡੇ ਸਮਾਜ ਨੂੰ ਮਤਲਬ ਇਕੱਠਿਆਂ ਨਹੀਂ ਦੇਖਣਾ ਚਾਹੁੰਦਾ, ਉਹ ਹਰ ਤਰ੍ਹਾਂ ਦੀਆਂ ਚਾਲਾਂ ਚੱਲਦਾ ਕਿ ਸਾਡੇ ਜੋ ਧਾਰਮਿਕ, ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਬੁੱਧ ਭਿਕਸ਼ੂਆਂ ਨੂੰ, ਇਹ ਵੀ ਇੱਕ RSS ਵੱਲੋਂ ਇੱਕ ਸਾਜ਼ਿਸ਼ ਆ ਕਿ ਭਿਕਸ਼ੂ ਬਣਾ ਕੇ ਇਹਨੂੰ ਮਤਲਬ ਸੰਘ ਦੇ ਵਿੱਚ ਭੇਜ ਕੇ ਤਾਂ ਸਾਡੇ ਸਮਾਜ ਨੂੰ, ਜੋ ਸਾਡੇ ਲੋਕ ਹੁਣ ਇਕੱਠੇ ਹੋਣੇ ਸ਼ੁਰੂ ਹੋਏ, ਜਿਸ ਤਰ੍ਹਾਂ ਕਿਹਾ ਕਿ ਆਪਣੇ ਬਾਬਾ ਸਾਹਿਬ ਨੇ ਸਾਨੂੰ ਇੱਕ ਧੰਮ ਦਿੱਤਾ, ਬੁੱਧ ਧੰਮ 14 ਅਕਤੂਬਰ 1956 ਨੂੰ, ਉਹਨਾਂ ਨੂੰ ਪਤਾ ਕਿ ਇਹ ਪ੍ਰਬੁੱਧ ਭਾਰਤ ਬਣ ਰਿਹਾ, ਇਹਨਾਂ ਦੇ ਵਿੱਚ ਭਿਕਸ਼ੂਆਂ ਨੂੰ ਇਸ ਤਰ੍ਹਾਂ ਇੰਜੈਕਟ ਕਰਕੇ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਇਹਨਾਂ ਨੂੰ ਆਪਣੇ ਰਸਤੇ ਤੋਂ ਭਟਕਾਇਆ ਜਾਵੇ। ਲੇਕਿਨ ਤਥਾਗਤ ਬੁੱਧ ਨੇ ਤਾਂ ਇਹ ਭਿਕਸ਼ੂ ਦਾ ਸੰਘ ਪੈਦਾ ਕੀਤਾ ਹੈ ਕਿ ਲੋਕ ਦੁਖੀ ਆ, ਇਹਨਾਂ ਦਾ ਦੁੱਖਾਂ ਦਾ, ਇਹਨਾਂ ਨੂੰ ਜਿਹੜਾ ਨੈਤਿਕ ਜੀਵਨ ਜੀਣ ਦੀ ਜਿਹੜੀ ਸਿੱਖਿਆ ਜੋ ਆ ਉਹ ਦੇਣ ਪਿੰਡ ਵਿੱਚ ਜਾ ਕੇ। ਲੇਕਿਨ ਹੁਣ ਸਾਡੇ ਸਮਾਜ ਨੂੰ ਮਤਲਬ
ਇਸ ਸਵਾਲ ਦੇ ਨਾਲ। ਕੌਲ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਕਿਉਂਕਿ ਉਧਰੋਂ ਸਾਡਾ ਟਾਈਮ ਵੀ ਖਤਮ ਹੋ ਰਿਹਾ। ਉਹੀ ਹੈ ਨਾ ਗੱਲ ਮੈਨੂੰ ਯਾਦ ਆਈ ਆ ਚੱਲੀ ਸਾਹਿਬ, ਬਾਕੀ ਗੱਲਾਂ ਤਾਂ ਫੇਰ ਚੱਲੀ ਜਾਣਗੀਆਂ ਐਜੂਕੇਟ ਦੀਆਂ। ਜਿਹੜਾ ਤੁਹਾਡਾ ਅੱਜ ਜਨਮ ਦਿਨ ਆ ਸਾਡੀ ਵੱਲੋਂ ਔਰ ਡਾਕਟਰ ਅੰਬੇਡਕਰ ਮਹੋਲੀ ਕਮੇਟੀ ਵੱਲੋਂ ਤੁਹਾਡੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਔਰ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ। ਦਰਸ਼ਕੋ, ਅੱਜ ਦੇ ਪ੍ਰੋਗਰਾਮ ਦਾ ਟਾਈਮ ਜਿਹੜਾ ਉਹ ਇੱਥੇ ਖਤਮ ਹੋਣ ਜਾ ਰਿਹਾ। ਅਸੀਂ ਇਸੇ ਤਰ੍ਹਾਂ ਹੀ ਅਗਲੇ ਐਤਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਨਮੋ ਬੁੱਧਾ, ਜੈ ਭੀਮ।